18 इंडिया, मैं हूं आपके साथ प्रीति रघुनंदन। आज की बड़ी खबर पर निगाह डालें उससे पहले आपको एक जानकारी दे दें। मास्क आज भी वक्त की जरूरत है, इसीलिए न्यूज़ 18 इंडिया कैंपेन चला रहा है, हैशटैग मास्क पहनो इंडिया, क्योंकि अभी भी आप अगर सावधानी करके चलेंगे तो इसी में आपका बचाव है। तो चलिए इसी के साथ ही बुलेटिन की शुरुआत करते हैं और आज की सबसे बड़ी खबर जो पंजाब से आ रही है वो ये कि नवजोत सिंह सिद्धू के विस्फोटक इंटरव्यू से पंजाब की सियासत गर्मा गई है। न्यूज़ 18 से बातचीत में सिद्धू ने पंजाब कांग्रेस में जारी विवाद पर खुलकर अपनी बात रखी और अपनी सरकार पर हमला बोला। कैप्टन के सवालों का भी जवाब दिया उन्होंने। 2022 ਨੂੰ ਲੈ ਕੇ ਤਿਆਰੀ ਕਿਸ ਤਰੀਕੇ ਦੀ ਹੈ और ਕੀ ਕੈਪਟਨ ਅਮਰਿੰਦਰ ਸਿੰਘ और ਨਵਜੋਤ ਸਿੰਘ ਸਿੱਧੂ और ਪ੍ਰਤਾਪ ਸਿੰਘ ਬਾਜਵਾ और ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਇੱਕ ਫਰੇਮ ਦੇ ਵਿੱਚ ਫਿੱਟ ਹੋ ਪਾਣਗੇ। और इस ਵੇਲੇ ਨਵਜੋਤ ਸਿੰਘ ਸਿੱਧੂ ਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕਿਉਂਕਿ ਪੰਜਾਬ 'ਚ ਬੈਠੇ ਪੰਜਾਬੀ ਨਹੀਂ ਬਲਕਿ ਦੁਨੀਆ 'ਚ ਬੈਠੇ ਪੰਜਾਬੀ ਇਹ ਜਾਣਨਾ ਚਾਹ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਅਗਲਾ ਸਟੈਪ ਕੀ ਕਰਨਗੇ। ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਛੋਟੇ ਭਾਈ, ਤੇਰੀ ਜਿਹੜੀ ਊਰਜਾ ਹੈ ਮੈਨੂੰ ਚੰਗੀ ਲੱਗਦੀ ਹੈ ਯਾਰ। એનર્ਜੀ ਜਿਹੜੀ ਹੈ ਨਾ ਉਹ ਟਰਾਂਸਮਿਟ ਹੁੰਦੀ ਹੈ ਚਾਰੇ ਪਾਸੇ, ਬੰਦਾ ਪ੍ਰਫੁੱਲਤ ਜਿਹਾ ਫੀਲ ਕਰਦਾ। ਗੋਡ ਬlesਸ ਯੂ। ਸਿੱਧੂ ਸਾਹਿਬ ਤੁਹਾਡੀ ਜਿਹੜੀ એનર્ਜੀ ਹੈ ਉਹ ਇਸ ਵੇਲੇ ਪੰਜਾਬ ਦੇ ਲੋਕ ਜਾਣਨਾ ਚਾਹ ਰਹੇ ਹੈ ਕਿ ਕਿੱਧਰਲੇ ਪਾਸੇ ਜਾ ਰਹੀ ਹੈ। ਮੇਰੀ એનર્ਜੀ ਖੁੱਲੀ ਕਿਤਾਬ ਹੈ, ਸਭ ਨੂੰ ਦਿਖਦੀ ਹੈ, ਕੋਈ ਅੱਜ ਦੀ ਨਹੀਂ ਹੈ, 17 ਸਾਲ ਦੀ ਹੈ। ਮੇਰੀ ਜਰਨੀ ਜਿਹੜੀ ਹੈ 17 ਸਾਲ ਦੀ, ਉਹ ਮੈਂ ਟਿਕਾ ਕੇ ਦੱਸ ਦੂੰ ਤੈਨੂੰ। ਇੱਕੋ ਏਜੰਡੇ ਤੇ ਖੜਾ ਕਿ ਇਹ ਸਿਸਟਮ ਜਿਹੜਾ ਦੋ ਪੰਜਾਬ ਦੇ ਪਾਵਰਫੁਲ ਪਰਿਵਾਰ ਕਬਜ਼ਾ ਕਰੀ ਬੈਠੇ ਆ, ਚਲਾ ਰਹੇ ਆ, ਵਾਰੀਆਂ ਖੇਡਦੇ ਆ, ਆਪਣੇ ਬਿਜ਼ਨਸ ਇੰਟਰਸਟ ਪ੍ਰੋਟੈਕਟ ਕਰਦੇ ਆ। ਇੱਕ ਪਾਰਟੀ ਜਾਂ ਦੂਜੀ ਪਾਰਟੀ ਮੈਂ ਕੀ ਆ ਨਾ, ਲੋਕਾਂ ਨੂੰ ਸਭ ਪਤਾ ਹੈ। ਰਾਜੇਸ਼ ਖੰਨਾ ਜੀ ਕਹਿੰਦੇ ਨਾ ਪਬਲਿਕ ਹੈ ਸਭ ਜਾਣਤੀ, ਕੁਛ ਦੱਸਣ ਦੀ ਨੂੰ ਸਭ ਪਤਾ ਹੈ। ਇੱਕ ਇੱਕ ਚੀਜ਼ ਪਤਾ ਉਹਨਾਂ ਨੂੰ। ਇਹ ਭੇਦ ਖੁੱਲ ਗਏ, ਇਹ ਪਰਦੇ ਫਾਸ਼ ਹੋ ਗਏ, ਛੁਪੇ ਰੁਸਤਮ ਹੁਣ ਐਨ ਸਾਹਮਣੇ ਆ ਗਏ, ਐਨ ਟਿਕਾ ਕੇ ਪਤਾ ਲੱਗ ਗਿਆ ਲੋਕਾਂ ਨੂੰ। ਠੀਕ ਹੈ, ਸਭ ਤੋਂ ਵੱਡੀ ਜਿਹੜੀ ਦੁਖਦ ਗੱਲ ਹੈ ਕਿ ਜਿਹੜਾ ਲੈਜਿਸਲੇਚਰ ਹੈ ਉਹਦੀ ਗਰਮਾਂ ਨੂੰ ਢਾਲ ਆ ਚੁੱਕੀ ਹੈ। 25 ਸਾਲ 3 ਲੱਖ ਕਰੋੜ ਦਾ ਕਰਜ਼ਾ, ਇਹ ਜਿਹੜੀ ਇਰਰਿਪੇਅਰੇਬਲ ਡੈਮੇਜ ਹੈ ਨਾ, ਉਹ ਇਸੇ ਦਾ ਹੈ ਕਿ ਲੋਕਾਂ ਨੇ ਨੁਮਾਇੰਦੇ ਚੁਣੇ, ਲੋਕਾਂ ਨੇ MLA ਚੁਣੇ, MP ਚੁਣੇ ਹੈ, ਤੇ ਤੁਸੀਂ ਇਸ ਸਿਸਟਮ ਨੂੰ ਅਫਸਰ ਨੂੰ ਜਵਾਬਦੇਹੀ ਬਣਾਤਾ। ਅਫਸਰ ਤਾਂ ਨਹੀਂ ਚੁਣੇ ਨਾ ਲੋਕਾਂ ਨੇ, ਤੇ ਜਦੋਂ ਤੁਸੀਂ ਅਫਸਰਾਂ ਨੂੰ ਇਹ ਸਿਸਟਮ ਜਵਾਬਦੇਹੀ ਬਣਾਓ ਔਰ ਅਫਸਰਾਂ ਨੂੰ ਆਪ ਕੰਟਰੋਲ ਕਰੋ, ਇਹਦੀ ਮਿਨਿਸਟਰੀ ਠੋਕ ਦਿਓ, ਇਹਨੂੰ ਐਂ ਕਰ ਦਿਓ, ਇਹਨੂੰ ਐਂ ਕਰ ਦਿਓ, ਇਹਨੂੰ ਟੰਗਾ ਤੁਹਾਨੂੰ ਕੱਢਣਾ, ਐਂ ਕਰਨਾ, ਉਹਨੂੰ ਹਰੇਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ। ਇਹ ਸਿਸਟਮ ਹੈ ਔਰ ਇਸ ਸਿਸਟਮ ਨੂੰ ਬਦਲਣ ਦੇ ਲਈ ਮੈਂ ਲੜ ਰਿਹਾ ਮਿੱਤਰਾ। ਅੱਜ ਦਾ ਨਹੀਂ ਲੜ ਰਿਹਾ, ਉਦੋਂ ਦਾ ਲੜ ਰਿਹਾ। ਔਰ ਲੋਕਾਂ ਨੇ ਦੇਖ ਲਿਆ ਨਿਰੰਤਰ 5-6 ਇਲੈਕਸ਼ਨ ਜਿਤਾਤੇ। ਸਮਝਿਆ ਨਹੀਂ ਕਿਉਂ ਬਦਲਿਆ ਸਿਸਟਮ? ਮੈਂ ਕੀ ਆ ਨਾ ਕਿਉਂ, ਬਿਲਕੁਲ ਅੱਜ ਦੇਖ ਲੈ ਭੇਦ ਖੁੱਲੇ ਪਏ ਨੇ, ਚੂੜਾਂ ਹਿੱਲੀਆਂ ਪਈਆਂ ਨੇ। ਕੰਬਖਤੀ ਕੀ ਨਿਸ਼ਾਨੀ, ਸੂਖ ਗਿਆ ਕੁਐਂ ਕਾ ਪਾਣੀ। ਉਹ ਕਹਿੰਦੇ ਨਾ ਕਮਾਣੀ ਨਾ ਪਈਆ ਤੇ ਗੱਡੀ ਜੋਤੇ ਮੇਰਾ ਭਈਆ। ਕਿਉਂ ਅੱਜ ਕਿਉਂ ਇਹ ਦਿਨ ਦੇਖੇ ਸੀ ਕਦੇ? ਇਸੇ ਕਰਕੇ ਇਹ ਸਵਾਲ ਸੁਣੇ ਸੀ ਕਦੇ? ਕਿਉਂ? ਕਿਉਂਕਿ ਭਾਈ ਲੋਕ ਸਮਝ ਗਏ ਹੈ ਕਿ ਆਪਣੇ ਸਵਾਰਥਾਂ ਦੇ ਲਈ, ਪੂਰਤੀ ਦੇ ਲਈ ਸਿਸਟਮ ਹੈ ਇਹ, ਆਪਣੇ ਬਿਜ਼ਨਸ ਇੰਟਰਸਟ ਦੇ ਪੂਰਤੀ ਦੇ ਲਈ ਹੈ ਇਹ। ਪੰਜਾਬ ਗਿਰਵੀ ਧਰਿਆ ਗਿਆ ਤੇ ਲੋਕਾਂ ਦੀ ਜਿਹੜੀ ਤਾਕਤ, ਟੈਕਸਾਂ ਦੀ ਤਾਕਤ ਇਹਨਾਂ ਕੋਲ ਆਈ, ਇਹ ਵਾਪਸ ਨਹੀਂ ਆਈ। 4 ਬੰਦਿਆਂ ਦੇ ਪਾਵੇ ਨਾਲ ਸਰਕਾਰਾਂ ਬਣਤੀਆਂ। ਕਿਵੇਂ ਹੋ ਗਿਆ ਇਹ? ਮੈਨੂੰ ਇੱਕ ਗੱਲ ਦੱਸ। ਔਰ ਕੀ ਇਸ ਸਿਸਟਮ ਨੂੰ ਬਦਲਿਆ ਨਹੀਂ ਜਾਊਗਾ? ਲੋਕ ਬਦਲ ਦੇਣਗੇ ਜਦੋਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਇੱਦਾਂ ਬੇਵਕੂਫ ਬਣਾਉਂਦੇ ਆ, ਇਸ ਤਰ੍ਹਾਂ ਝੂਠੇ ਵਾਅਦੇ ਬੋਲਦੇ ਕਰਦੇ ਆ ਔਰ ਇੱਕ ਦੂਜੇ ਨੂੰ ਹੈਂਡਓਵਰ ਕਰਦੇ ਆ। ਹਿਸਾਬ ਕਿਤਾਬ ਹੈਂਡਓਵਰ ਨਹੀਂ, 400 ਦੀ ਵੈਕਸੀਨ 1600 'ਚ ਵਿਕੂ ਔਰ ਉਹ ਵੀ ਖੁੱਲ੍ਹੇ ਆਮ। ਇਹ ਦੱਸ ਕੇ ਵੀ ਅਸੀਂ 1600 'ਚ ਵੇਚ ਰਹੇ ਹਾਂ। ਕੋਈ ਮਤਲਬ ਤੈਨੂੰ ਲੱਗਦਾ ਕਿ ਇਹ ਸਿਸਟਮ ਇੰਨਾ ਬੇਵਕੂਫ ਹੈ? ਇਹ ਕੀ ਚੱਲ ਰਿਹਾ ਮੈਨੂੰ ਦੱਸ। ਮੈਨੂੰ ਮੈਂ ਕਿਹਾ ਇੱਕ ਗੱਲ ਨੂੰ ਸੁਣਨਾ, ਤੈਨੂੰ ਮੈਂ ਜਦੋਂ ਕਹਿੰਦਾ ਦੋ ਪਰਿਵਾਰ ਤੇ ਤੂੰ ਐਡਾ ਕੱਚਾ ਤਾਂ ਹੈ ਨਹੀਂ ਮਿੱਤਰਾ, ਤੂੰ ਤਾਂ ਪੱਕਿਆ ਫਾਣਾ ਹੈ। ਤੇ ਮੈਨੂੰ ਇਹ ਗੱਲ, ਮੈਂ ਕਿਹਾ ਪੰਜਾਬ ਦੇ ਲੋਕ ਜਾਣਦੇ ਆ ਦੋ ਪਰਿਵਾਰ, ਰੋਟੀ ਨੂੰ ਚੋਚੀ ਨਹੀਂ ਕਹਿੰਦੇ ਮਿੱਤਰਾ। ਸਭ ਪਤਾ ਉਹਨਾਂ ਨੂੰ, ਸਭ ਪਤਾ ਹੈ ਕਿ ਕੌਣ ਰਾਜ ਕਰਦੇ ਨੇ ਪਿਛਲੇ 25 ਸਾਲ, ਕਰਜ਼ਾ ਕਿੱਦਾਂ ਚੜਿਆ, ਇੱਕ ਇੱਕ ਚੀਜ਼ ਪਤਾ। ਪੰਜਾਬ ਨੂੰ ਅਵਗਤ ਕਰਾਤਾ ਪੂਰੀ ਤਰ੍ਹਾਂ ਠੋਕ ਕੇ, ਹਰੇਕ ਬੰਦੇ ਨੂੰ ਪਤਾ। ਤੇ ਮੈਂ ਪਹਿਲੀ ਕੈਬਨਿਟ ਤੋਂ ਏਜੰਡਾ ਲੈ ਕੇ ਆਇਆ ਸੀ, ਪ੍ਰਸ਼ਾਂਤ ਕਿਸ਼ੋਰ ਸਾਹਿਬ ਤੋਂ ਕਨਫਰਮ ਕਰ ਲੈਣਾ। ਸੱਚਾ ਸੁੱਚਾ ਆਦਮੀ ਹੈ, ਜਦੋਂ ਗੱਲ ਕਰਦਾ ਤੁਹਾਨੂੰ ਲੱਗਦਾ ਵੀ ਯਾਰ ਇਹ 'ਤੇ ਵਿਸ਼ਵਾਸ ਕਰੋ। ਹਾਈ ਕਮਾਂਡ ਨੇ ਭੇਜਿਆ ਸੀਗਾ ਔਰ ਉਸ ਬੰਦੇ ਨੇ ਮੈਨੂੰ ਕਿਹਾ ਵੀ ਤੁਸੀਂ ਏਜੰਡਾ ਸਿਸਟਮ ਦੇ ਵਿੱਚ ਰਹਿ ਕੀ ਕਰ ਸਕਦੇ ਹੋ। ਮੈਂ ਕਿਹਾ ਯਾਰ ਨਹੀਂ ਤੇ ਮੈਂ ਕੋਈ ਫਾਇਦਾ ਨਹੀਂ ਹੈ, ਮੈਂ ਦਰਸ਼ਨੀ ਘੋੜਾ ਨਹੀਂ ਬਣਨਾ। ਮੈਂ ਕਿਹਾ ਬਿਲਕੁਲ ਨਹੀਂ। ਉਹ ਕਹਿੰਦਾ ਗਿਆ, ਮੈਂ ਹਾਈ ਕਮਾਂਡ ਨੂੰ ਮਿਲਿਆ, ਨੇਕ ਲੋਕ, ਖਾਨਦਾਨੀ ਲੋਕ, ਸਮਾਂ ਦਿਖਦਾ ਉਹ ਹਰ ਮਤਲਬ ਆਚਰਣ ਤੇ ਵਿਵਹਾਰ ਦੱਸਦਾ। ਠੀਕ, ਕਮਜ਼ੋਰ ਨਜ਼ਰ ਆਇਆ। ਬਿਲਕੁਲ ਗਲਤ ਫੈਸਲਾ ਨਹੀਂ ਲਿਆ, ਬਿਲਕੁਲ ਗਲਤ। ਇਹ ਨਾ ਕਮਜ਼ੋਰਾਂ ਨੂੰ ਲਗਾਤਾਰ ਸ਼ਿਕਾਇਤ ਕੀਤੀ। ਮੈਂ ਕਿਹਾ ਯਾਰ ਤੂੰ ਮੇਰੀ ਗੱਲ ਨੂੰ ਸੁਣ, ਇਹਨਾਂ ਨੂੰ ਫੈਸਲੇ ਲੈ ਕੇ ਮੁੱਖ ਮੰਤਰੀ ਕਿਹਨੇ ਬਣਾਇਆ? 786 ਵੋਟਾਂ ਪਈਆਂ ਸੀ, ਜ਼ਮਾਨਤ ਜ਼ਬਤ ਹੋ ਗਈ ਸੀ। ਕੈਪਟਨ ਅਮਰਿੰਦਰ ਹਾਂਜੀ ਜ਼ਬਤ ਹੋ ਗਈ ਸੀ।
ਜ਼ਮਾਨਤ ਮੈਂ ਕਿਹਾ ਮੇਰੀ ਫਿਰ ਮੈਂ ਹੁਣ ਤੂੰ ਜਵਾਬ ਦੇਣ ਮੈਂ ਤੇ ਰਾਜ ਸਭਾ ਛੱਡ ਕੇ ਆਇਆ ਸੀ ਰਾਜ ਸਭਾ 'ਚ ਇੱਕ ਬੰਦੇ ਨੇ ਪੂਰੇ ਹਿੰਦੁਸਤਾਨ 'ਚ 6 ਸਾਲਾਂ ਦੀ ਛੱਡੀ ਹੋਵੇ ਤੇ ਇਹ 786 ਵੋਟਾਂ ਜ਼ਮਾਨਤ ਜ਼ਬਤ ਕਰਾ ਕੇ ਪਾਰਟੀ ਬਣਾਈ ਸੀ ਆਪਦੀ ਟਿਕਟ ਨਹੀਂ ਸੀ ਦਿੱਤੀ ਬਾਦਲ ਨੇ ਤੇ ਭੱਜੇ ਗਏ ਸੀ ਕਿਹਦੇ ਕੋਲ ਇਸੇ ਹਾਈ ਕਮਾਂਡ ਕੋਲ ਕੀ ਇਹ ਤੈਨੂੰ ਕਮਜ਼ੋਰ ਹਾਈ ਕਮਾਂਡ ਸੁਣਨਾ ਉਹ ਠਹਿਰ ਨਾ ਯਾਰ ਮੈਂ ਕਿਹਾ ਤੂੰ ਮੇਰੀ ਗੱਲ ਸੁਣ ਫਿਰ ਜਿਹੜੇ ਮੈਂ ਕਿਹਾ ਜਿਹੜੇ ਅਸਤਿਤਵ ਦੇਣ ਇੱਥੇ ਆ ਨਾ ਮੁੱਦੇ ਤੋਂ ਨਾ ਭਟਕ ਇਹੀ ਕਰਦੇ ਇਹ ਭਟਕਾਉਂਦੇ ਆ ਤੇ ਉਦੋਂ ਇਹਨੂੰ ਉਹਨਾਂ ਨੂੰ 6 ਮਹੀਨਿਆਂ 'ਚ ਪ੍ਰੈਜ਼ੀਡੈਂਟ ਕਿਹਨੇ ਬਣਾਤਾ ਸੀ ਇਹ ਟਕਸਾਲੀ ਹੈ ਦੱਸ ਨਾ ਕੌਣ ਹੁੰਦੇ ਆ ਇਹ ਕਹਿਣ ਵਾਲੇ ਕਿ ਨਵਜੋਤ ਸਿੱਧੂ ਲਈ ਮੈਂ ਦਰਵਾਜ਼ੇ ਬੰਦ ਕਰਤੇ ਹੂ ਇਜ਼ ਹੀ ਦ ਕਾਂਗਰਸ ਨੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਸੁਣ ਮਿੱਤਰਾ ਇਹ ਪਹਿਲੀ ਕੈਬਨਿਟ 'ਚ ਗਿਆ ਕਿ ਇਹ ਜਿਹੜੀਆਂ ਹੁਣ ਡੈਥਸ ਹੋਈਆਂ ਨੇ ਸ਼ਰਾਬ ਡਿਸਟਿਲੀਆਂ ਲਾਓ ਸਰ ਤਾਮਿਲਨਾਡੂ ਦੇ ਉਸ ਦੇ ਉੱਤੇ ਸਰਕਾਰ ਕੋ ਪੰਜੀ ਦੀਆਂ 32,000 ਕਰੋੜ ਰੁਪਈਆ ਆਖਰੀ ਦਿਨੇ ਚੜਾ ਕੇ ਵੀ ਸਰਕਾਰ ਫੇਲ ਹੋ ਜੇ ਦੂਜੇ ਵਾਰੀਆਂ ਖੇਡਦੇ ਠੀਕ ਹੈ ਇਹ ਸਰ ਤੁਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹੋ ਆਪਾਂ ਇਨਕਮ ਵਧਾਉਣੇ ਆ ਤਾਮਿਲਨਾਡੂ ਨੇ ਤੁਹਾਡੇ ਨਾਲ ਹੀ 2002 ਦੇ ਵਿੱਚ ਸ਼ੁਰੂ ਕੀਤਾ ਸੀ ਦਾਰੂ ਦੀ ਖਪਤ ਤੁਹਾਡੀ ਇੱਥੇ ਜ਼ਿਆਦਾ ਮੈਂ ਦਾਰੂ ਦੇ ਹੱਕ 'ਚ ਨਹੀਂ ਮੈਂ ਤਾਂ ਨਹੀਂ ਕਹਿੰਦਾ ਪਰ ਜੇ ਦਾਰੂ ਵਿਕਦੀ ਹੈ ਤੇ ਸਰਕਾਰੀ ਖਜ਼ਾਨੇ 'ਚ ਕਿਉਂ ਨਹੀਂ ਆਉਂਦੀ ਇਹ ਸਰਕਾਰੀ ਖਜ਼ਾਨੇ ਦੇ ਵਿੱਚ ਭਾਈ ਅੱਜ ਉਹ 35,000 ਕਰੋੜ ਕਮਾਉਂਦੇ ਆ ਸ਼ੁਰੂ ਤੁਹਾਡੇ ਨਾਲ ਕੀਤਾ ਤੁਸੀਂ 3.5 ਤੁਸੀਂ 300 200 300 ਕਰੋੜ ਦੀ ਗੱਲ ਕਰਦੇ ਹੋ तो सिद्धू कह रहे हैं कि जनता के लिए उन्होंने हर प्रस्ताव को ठुकराया है क्योंकि उन्हें अब सिस्टम बदलना है पंजाब में। सिद्धू ने बिजली और विकास के मुद्दे पर क्या कहा, आइए सुनिए। सिस्टम तो मैं क्या मेरी गल सुन मजाल की है हराजे सिस्टम अज तक जोर लाया नहीं मैं क्या गल सुन की कहा सी बादल ने जेतली साहब नूं तुहानूं सर्टिफिकेट देंगे इनू उत्थे भेजो इनू छड्डो जी ते चलिया गया कुरुक्षेत्र सिद्धू MP गिरी भी छड्डी INB मिनिस्ट्री भी छड्डी की कीता इन्हां ने जेतली साहब दा पैसिਆਂ ਨਾਲ नहीं लोग जिद्दे क्रेडिबिलिटी ਨਾਲ जिद्दे लोग किरदारां ਨਾਲ जिद्दे लोग कुछ स्टैंड लैके जिद्दे है ये नहीं भी सतलुज तो इधर कुछ बोलिया तो उधर कुछ बोलिया आ चक्या सौं खाधी मुकर गए हैं कि ये जड़े बिजली वाले समझौते ने क्यों नहीं ओपन करते विधान सभा पवित्र स्थान खड़ के कहा वाइट पेपर दूँ क्यों नहीं दिता 3 रुपये बिजली देने को क्या क्यों नहीं दी 5 रुपये बिजली देने को क्या 10 रुपये क्यों दे रहे हो और लास्ट 6 महीने च याद आती है बिजली सस्ती करनी क्यों बई आ विधायकों नौकरी दी क्यों कुर्सी बचाने बेअदबी अज आखिरी 6 महीने च याद आई है क्यों भाई जिहड़ा सब तो प्राइम मुद्दा सी जिहड़ा साडी आत्मा का आघात सी साडी आत्मा की आवाज़ सी पंजाब ना हिंदू ना मुसलमान पंजाब जीवे गुरां दे नाम तुसीं उन्हां नूं वंड दिओगे उन्हां लोकां नूं ਜਦੋਂ ਵੀ ਕੋਈ ਵੰਡਣ ਦੀ ਗੱਲ ਕਰਦਾ ਧਰਮ ਨੂੰ ਇੱਕ ਧਰਮ ਨੂੰ ਦੂਜੇ ਧਰਮ ਤੋਂ ਉੱਤੇ ਕਹਿੰਦਾ ਪੰਜਾਬ ਉਲਟ ਚੱਲਦਾ ਹੈ ਕਿਉਂਕਿ ਪੰਜਾਬ ਗੁਰੂਆਂ ਦੇ ਨਾਂ ਤੇ ਚੱਲਦਾ ਹੈ ਉਸ ਗੁਰੂ ਦੀ ਬੇਅਦਬੀ ਤੁਹਾਨੂੰ ਅੱਜ ਯਾਦ ਆਈ ਹੈ 4.5 ਸਾਲ ਕੁੰਭਕਰਨ ਵੀ 6 ਮਹੀਨਿਆਂ ਬਾਅਦ ਉੱਠ ਕਰਦਾ ਕਿਉਂ ਸੁੱਤੇ ਸੀ SIT ਜਿੰਨੇ ਬਣਾਈ ਉਹ ਅੱਜ ਆਮ ਆਦਮੀ ਮੈਂ ਕਿਹਾ ਮੇਰੀ ਇੱਕ ਗੱਲ ਆਮ ਆਦਮੀ ਪਾਰਟੀ ਚਲਾ ਗਿਆ ਅਕਾਲੀ ਦਲ ਠਹਿਰ ਨਾ ਯਾਰ ਇੱਕ ਮਿੰਟ ਯਾਰ ਕਹਿੰਦਾ ਅਸੀਂ ਤਾਂ ਕਹਿੰਦੇ ਸੀ ਕਿ ਇਹ ਸਿਆਸਤ ਕਰ ਮੈਂ ਕਿਹਾ ਮੇਰੀ ਗੱਲ ਨੂੰ ਸੁਣ ਸਿੱਟ ਦੀ ਗੱਲ ਕਰਦਾ ਨਾ ਜੇ ਇਹ ਇੱਥੇ ਮੈਂ ਕਿਹਾ ਛੱਡਣਾ ਯਾਰ ਇਹ ਇੱਥੇ ਅੱਜ ਕੋਈ ਕਤਲ ਹੋ ਜੇ ਸਿੱਟ ਬਣਾਉਣੇ ਦੱਸਣਾ ਇਹਨਾਂ ਤੋਂ ਪੁੱਛ ਸਿੱਟ ਬਣਾਉਣੇ ਥਾਣੇਦਾਰ ਜਾਂਦਾ ਹੈ ਪਰਚਾ ਦਿੰਦਾ ਹੈ ਬੰਦਾ ਚੁੱਕ ਲੈਂਦਾ ਅੰਦਰ ਦੇ ਦਿੰਦਾ ਸਿੱਟ ਬਣਾਈ ਸੀ ਕਿਉਂ ਬਈ 6 ਸਾਲ ਤੁਸੀਂ ਖੇਡਦੇ ਰਹੋ ਐਵੀਡੈਂਸ ਨੂੰ ਵੀਕ ਕਰਦੇ ਰਹੋ ਕੋਰਟ ਤੇ ਉਹੀ ਫੈਸਲਾ ਕਰੂਗਾ ਨਾ ਜਿਹੜਾ ਐਵੀਡੈਂਸ ਤੁਸੀਂ ਲੈ ਕੇ ਜਾਓਗੇ ਤੀਜੀ ਵਾਰ ਜਦੋਂ ਤੁਸੀਂ ਐਵੀਡੈਂਸ ਪੇਸ਼ ਕਰੋਗੇ ਕੀ ਰਹਿ ਜਾਊਗਾ ਕੇਸ 'ਚ ਤੇ ਜਦੋਂ ਸਿੱਟ ਦੇ ਵਿੱਚ ਬੰਦੇ ਖਿਲਰ ਗਏ ਸੀ 5 ਚੋਂ 4 ਭੱਜ ਗਏ ਸੀਗੇ ਕਿਉਂ ਨਹੀਂ ਹੋਮ ਮਿਨਿਸਟਰ ਨੇ ਕਿਹਾ ਵੀ ਇਕੱਠੇ ਹੋਏ ਕਿ ਕਿਹਦੀ ਰਿਸਪੌਂਸਿਬਿਲਟੀ ਸੀ ਉਹ ਮੈਨੂੰ ਦੱਸ ਇਹੀ ਯਾਦ ਕਰਾਉਂਦਾ ਰਿਹਾ ਮੈਂ ਇਸੇ ਗੱਲ ਦੇ ਉੱਤੇ ਖੜਾ ਰਿਹਾ ਮੈਂ ਅੱਜ ਨਹੀਂ 15-16 ਸਾਲ ਹੋ ਗਏ ਔਰ ਜਦੋਂ ਇਸ ਇਲੈਕਸ਼ਨ ਦੇ ਵਿੱਚ ਮੈਂ ਆਇਆ ਸੀ 54 ਸੀਟਾਂ ਦੇ 52 ਸੀਟਾਂ ਜਿੱਤੇ 56 ਚੋਂ 54 ਸੀਟਾਂ ਜਿੱਤੇ ਸੀਗੇ ਮਾਝੇ ਚੋਂ 24 ਚੋਂ 23 ਸੀਟਾਂ ਜਿੱਤੇ ਸੀ ਵਲਵਲਿਆਂ ਨਾਲ ਆਏ ਸੀ ਪਹਿਲੀ ਵਾਰ ਇਹ ਕਿਹਾ ਫਿਰ ਕਿਹਾ ਸੈਂਡ ਮਾਈਨਿੰਗ ਭਾਈ ਇਹ ਪੈਸਿਆਂ ਦੇ ਨਾਲ ਡਬਲ ਹੋ ਸਕਦੇ ਤੁਸੀਂ ਗਵਰਨਮੈਂਟ ਆਫ ਇੰਡੀਆ ਨੂੰ ਦਿਓ ਡਬਲ ਹੋ ਜਾਣਗੇ 10,000 ਕਰੋੜ ਤੋਂ 20,000 ਕਰੋੜ ਹੋ ਕੇ ਨਿਕਲੋ ਤੁਸੀਂ ਮੈਨੂੰ ਇਹ ਦੱਸੋ ਇਨਸਾਫ ਮਿਲ ਪਾਏਗਾ ਮੇਰੀ 4.5 ਸਾਲਾਂ ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣ 6 ਸਾਲ ਨਹੀਂ ਤੁਹਾਡੀ ਸਰਕਾਰ ਦੇ ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣ ਤੇ ਮੇਰੀ ਸਰਕਾਰ ਨੂੰ ਮੈਂ ਹੀ ਸਵਾਲ ਪੁੱਛਦਾ ਰਿਹਾ ਅੱਜ ਪੁੱਛਿਆ ਝੋਲੀ ਅੱਡੀ ਐਵੀਡੈਂਸ ਪੇਸ਼ ਕੀਤੇ ਉੱਥੇ ਉਹਨਾਂ ਬੰਦਿਆਂ ਕੋਲ ਗਿਆ ਉਹ ਵਾਪਸ ਆਏ ਮੇਰੇ ਘਰੇ ਜਦੋਂ ਮੈਂ 1.5 ਕਰੋੜ ਰੁਪਈਆ ਵੰਡ ਰਿਹਾ ਸੀਗਾ ਲੋਕਾਂ ਤੋਂ ਲੈ ਕੇ ਤੂੜ ਰੱਖੇ ਸੀ ਬੰਦੇ ਕਰੋਨਾ ਦੇ ਵਿੱਚ ਹੈਂ ਉਦੋਂ ਆਏ ਉਹਨਾਂ ਨੇ ਮੈਨੂੰ 100 ਅਨਾਜ ਦਾ ਉਹ ਦਿੱਤਾ ਮੇਰੀ ਲੱਖ ਵਰਗਾ ਸੀ ਉਹਨਾਂ ਨੇ ਕਿਹਾ ਕਿ ਸਰ ਇਹ ਸਾਡੇ ਨਾਲ ਬਹੁਤ ਬੇਇਨਸਾਫੀ ਹੈ ਅਸੀਂ ਰਾਤ ਨੂੰ ਸੌਂ ਨਹੀਂ ਸਕਦੇ ਸਾਨੂੰ ਇਨਸਾਫ ਦਿਵਾਓ ਬਠਿੰਡੇ ਕਿਹਨੇ ਆਵਾਜ਼ ਚੁੱਕੀ
नहीं आवाज चकनी लेकिन इंसाफ मिल नहीं पाया अगले 6 मैं क्या मेरी गल सुन किने देना है किहदी रिस्पॉन्सिबिलिटी है होम मिनिस्टर कौन है मैं दसूं सिस्टम का पार्ट मैं क्या पार्ट नहीं रिस्पॉन्सिबिलिटी होम डिपार्टमेंट दी है ਇਹ ਆਉਂਦਾ ਕਿਹਦੇ ਅੰਡਰ ਹੈ ਇਹਨੂੰ ਕੌਣ ਆਰਡਰ ਕਰੂਗਾ फिर ਤੁਸੀਂ ਕਰੋਗੇ ਕਿਉਂ ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣ ਆਵਾਜ਼ ਚੱਕੀ ਹੈ ਔਰ ਮੇਰੇ ਬਸ ਚ ਕੀ ਹੈ ਮੈਂ ਕਿਹਾ ਜੇ ਸਾਡੇ ਬਸ ਚ ਹੁੰਦਾ ਮੈਂ ਤਾਂ ਕਿਹਾ ਸੀ ਕਿ ਵੇਖ ਬਣਦਾ ਕੀ ਹੈ ਰਿਸਪੌਂਸਿਬਿਲਟੀ ਜਿਹੜੀ ਰਿਸਪੌਂਸਿਬਿਲਟੀ ਜਿਸ ਬੰਦੇ ਦੀ ਹੈ ਉਹੀ ਜਵਾਬ ਦਊਗਾ ਨਾ ਮਿੱਤਰਾ ਇਸ ਕਰਕੇ ਇਹ ਜਿਹੜਾ 17 ਸਾਲ ਦਾ ਸਫ਼ਰ ਹੈ ਚਾਹੇ ਮਾਈਨਿੰਗ ਹੋਵੇ ਮਾਈਨਿੰਗ ਕੀ ਕਹਿੰਦਾ ਸੀ ਮੈਂ 1000 ਰੁਪਏ ਦੀ ਟਰਾਲੀ ਦੇ ਦਿਓ ਫਟ ਕੰਸਟਰਕਸ਼ਨ ਆ ਜਾਊਗੀ ਦਾੜ ਕਰਦੀ ਵੋਲਿਊਮ ਜਾਊਗਾ ਇਹ ਜਿਹਾ ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਰਿਸੈਸ਼ਨ ਚੋਂ ਅਮਰੀਕਾ ਕੱਢਤਾ ਸੀ ਸੜਕਾਂ ਬਣਾ ਕੇ ਐ ਗਰੀਬ ਬੰਦਾ ਘਰ ਪਾਉਣ ਜੋਗਾ ਹੋ ਜਾਊਗਾ 4000 ਰੁਪਏ ਦੀ ਟਰਾਲੀ ਕਦੇ ਸੁਣੀ ਹੈ ਫਟਦੇ ਨੇ 170 ਸਾਲ ਦੀ ਮੇਰੀ ਰਿਸਰਚ ਕਹਿੰਦੇ 170 ਸਾਲ ਦੀ ਸਾਡੇ ਕੋਲ ਰਿਜ਼ਰਵਸ ਪਏ ਨੇ ਰੇਤੇ ਦੇ ਤੇ ਰੇਤੇ ਦੀ ਸਪਲਾਈ ਕਿਵੇਂ ਮੁੱਕ ਜਾਂਦੀ ਹੈ ਭਾਈ ਤੁਸੀਂ ਉਹਨੂੰ ਸਪਲਾਈ ਦਾਰੂ ਤੁਸੀਂ ਵੇਚ ਸਕਦੇ ਹੋ ਬਗੈਰ ਰੇਟ ਦੇ ਤੇ ਇਹਦੇ ਤੇ ਰੇਟ ਕਿਉਂ ਨਹੀਂ ਫਿਕਸ ਕਰੋ ਰੇਟ 1000 ਰੁਪਇਆ ਦਿਓ ਇਹ ਤੇ ਤੁਸੀਂ ਵੋਟਾਂ ਮੰਗਣ ਜਾਣ ਦੀ ਲੋੜ ਨਹੀਂ ਪਊਗੀ ਅੱਜ ਜਿਹੜਾ ਡਰੇ ਫਿਰਦੇ ਹੋ ਵੋਟਾਂ ਮੰਗਣ ਦੀ ਲੋੜ ਨਹੀਂ ਸੀ ਛੋਟੇ ਭਾਈ ਤੇ ਇਹ ਸੈਂਡ ਮਾਫੀਆ ਹੈ ਇਹ ਟਰਾਂਸਪੋਰਟ ਮਾਫੀਆ ਕੋਈ ਸੈਂਡ ਕੋਈ ਐ ਬੁੱਕਲ 'ਚ ਪਾ ਕੇ ਲੈ ਜਾਊਗਾ ਹੈ ਔਰ ਉਹ ਟਰੱਕਾਂ ਨੂੰ ਕਦੇ ਇੰਪਾਊਂਡ ਕੀਤਾ ਹੈ ਜਿਹੜੇ ਨਾ ਰੇਟ ਰੱਖਦਾ ਉਹਨਾਂ ਕੋਲ ਨਾ ਵੇਟ ਹੁੰਦਾ ਕੁਝ ਨਹੀਂ ਹੁੰਦਾ ਕੈਬਨਿਟ ਦੀ ਪਾਲਿਸੀ ਹੈ ਬਣਾ ਕੇ ਰੱਖੀ ਹੋਈ ਹੈ ਕੈਬਨਿਟ ਨੇ ਉਹਨਾਂ ਨੇ ਨੋਟੀਫਿਕੇਸ਼ਨ ਨਹੀਂ ਕੀਤੀ ਉਹਦੀ ਵੀ ਇੰਪਾਊਂਡ ਕਰੋ 1 ਕਰੋੜ ਦਾ ਟਰੱਕ ਇੰਪਾਊਂਡ ਕਰਾ ਲੇਗਾ 25000 ਦੇ ਰੇਤੇ ਪਿੱਛੇ ਇੱਕ ਨਹੀਂ ਕੀਤਾ ਅੱਜ ਤੱਕ ਕਹਿਣ ਨੂੰ ਵਿਜੀਲੈਂਸ ਲਾਤੀ ਕਿਹੜੀ ਵਿਜੀਲੈਂਸ ਤੁਹਾਡੇ ਮਗਰ ਲਾ ਮੈਂ ਕਿਹਾ ਮੇਰੀ ਗੱਲ ਤੁਹਾਡੀਆਂ ਫਾਈਲਾਂ ਕਹੀ ਜਾਂਦੇ ਕਿ ਖੁੱਲੀਆਂ ਪਈਆਂ ਤੁਹਾਡੇ ਨਾਮ ਆ ਗਏ ਤੇ ਮੈਂ ਕੀ ਕਿਹਾ ਲਾ ਜੋ ਟਕਾ ਕੇ ਮੋਸਟ ਵੈਲਕਮ ਕੀ ਸੋਚਦਾ ਸਾਨੂੰ ਹੈ ਦਾਗ ਨਹੀਂ ਲਾ ਸਕੇ ਯਾਰ ਗਿਆਨੀ ਦੀ ਚਾਹ ਦੀ ਦੁਕਾਨ ਤੇ ਪੁੱਛ ਜਿਹੜਾ 20000 ਲੈ ਲੈ ਨਾ ਉਹ 20000 ਲੋਕਾਂ ਨੂੰ ਦੱਸਦਾ ਪੋਤੜੇ ਖੋਲ ਦਿੰਦੇ ਲੋਕ ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਇਸ਼ਕ ਮੁਸ਼ਕ ਲਸਣ ਦੀ ਬਾਸ ਤੇ ਚੋਰੀ ਛੁਪਾਈ ਛੁਪਦੀ ਨਹੀਂ 25000 ਕਰੋੜ ਰੁਪਏ ਕੌਣ ਚੋਰੀ ਕਰਦਾ ਤੁਹਾਨੂੰ ਡਰਾਉਣ ਵਾਸਤੇ ਉਹ ਛੱਡ ਨਾ ਛੱਡ ਕਾਇਰ ਆਦਮੀ ਰੋਜ਼ ਮਰਦਾ ਹੈ ਬਹਾਦਰ ਜੀਵਨ 'ਚ ਇੱਕ ਵਾਰ ਮਰਦਾ ਹੈ ਸਮਝਦਾ ਮੇਰੀ ਗੱਲ ਇਹ ਗੱਲਾਂ ਕਿਸੇ ਹੋਰ ਨੂੰ ਕਰੀਏ ਆਪਾਂ ਮੁੱਦੇ ਤੇ ਆਈਏ ਇਹ ਭਟਕਾਉਣ ਦੀਆਂ ਗੱਲਾਂ ਨੇ ਇਹ ਲੋਕਾਂ ਦੀ ਡਾਇਵਰਜਨ ਕਰਨ ਦੀ ਗੱਲ ਹੈ ਵੀ ਇੱਥੋਂ ਐ ਉਹ ਹੋਰੇ ਪਾਸੇ ਨੂੰ ਤੋਰਤੀ ਗੱਲ ਆ ਨਾ ਮੁੱਦਿਆਂ ਦੇ ਉੱਤੇ ਭਾਈ ਕੀ ਡਿਵੈਲਪਮੈਂਟ ਦੇ ਮੁੱਦੇ ਸੀਗੇ ਅਸੀਂ ਕੀ ਪ੍ਰੋਮਿਸ ਕੀਤੇ ਸੀਗੇ पावर परचेज एग्रीमेंट की गल होगी ना खत्म होगी हक कमेटी पंजाब से हमारे सहयोगी पंकज कपाही इस खबर पर जुड़ रहे हैं नवजोत सिंह सिद्धू ने तेज तरार अंदाज में जिसके लिए वो जाने जाते हैं उसमें उन्होंने अपना इंटरव्यू दिया और पंकज जिस तरह की वो बातें कह रहे हैं वो सीधे सीधे अब कैप्टन अमरिंदर को चुनौती दे रहे हैं और बार बार जिक्र कर रहे हैं कि उससे संकेत ये कि आला कमान उनके साथ खड़ा है क्या ये बात निकाली जाए उनके इस इंटरव्यू के आधार पर? निश्चित तौर पर क्योंकि कैप्टन अमरिंदर सिंह आज खुद दिल्ली पहुंचे हुए हैं वो आज दिल्ली पहुंचने के बाद कल पार्टी आला कमान के सामने बात रखेंगे अपनी पूरी बात रखेंगे कि किस तरह से कितने मंत्री कितने विधायक और खासतौर पर नवजोत सिंह सिद्धू क्यों खफा है क्योंकि जानकारी ये भी मिल रही है कि 6 मंत्रियों के साथ राहुल गांधी भी कल जो है वो मुलाकात करेंगे कुछ विधायकों के साथ कुछ मंत्रियों के साथ आज भी राहुल गांधी मुलाकात कर सकते हैं और ये कैप्टन अमरिंदर सिंह के खिलाफ है और जिस तरह से दिल्ली जब कैप्टन अमरिंदर सिंह पहुंचे तो पटियाला में नवजोत सिंह सिद्धू जो कैप्टन अमरिंदर सिंह का शहर है वहां पर गरजे और न्यूज 18 पर खुलकर बोले विवादी से कैप्टन अमरिंदर सिंह पर तमाम मुद्दों पर निशाना साधा चाहे बेअदबी का मामला हो चाहे ड्रग्स माफिया हो चाहे रेत माफिया हो और ये कहा कि 4.5 साल में कैप्टन अमरिंदर सिंह ने कुछ नहीं किया कैप्टन अमरिंदर सिंह को जो वादे किए थे उसको पूरे नहीं कर पाए और एक एक सवाल पर सीधे तौर पर निशाना जो है वो कैप्टन अमरिंदर सिंह पर साधते हैं जब उनसे ये पूछा गया कि आप तो 4 साल पहले पार्टी में आए हैं कैप्टन अमरिंदर सिंह कह रहे हैं कि उनसे सीनियर बहुत सारे लीडर बैठे हुए हैं तो उन्होंने कहा कि कैप्टन अमरिंदर सिंह खुद दूसरी पार्टी छोड़कर आए थे वो अकाली दल में थे और उनकी 3 बार जमानत जो है वो जब्त हो चुकी है तो ऐसे में कैप्टन अमरिंदर सिंह के आधार पर कह सकते हैं उनके तो पिता नवजोत सिंह सिद्धू के जो पिता हैं वो कांग्रेस के साथ पिछले कई सालों से जुड़े रहे हैं तो लगातार जहां पर उनके इस इंटरव्यू में अकाली दल निशाने पर थी अकाली दल से ज्यादा कैप्टन अमरिंदर सिंह जो है वो नवजोत सिंह सिद्धू के निशाने पर रहे हैं लेकिन साथ ही पंकज सिद्धू और कैप्टन अमरिंदर सिंह के बीच काफी समय से ये तनातनी चल रही है क्या आला कमान सुलह के लिए कुछ कर रहा है? देखिए आला कमान ने 3 मेंबरी कमेटी बनाई उसके बाद सभी विधायकों को बुलाया गया कैप्टन अमरिंदर सिंह को बुलाया गया सिद्धू को बुलाया गया सभी ने अपनी अपनी बात रखी और ये रिपोर्ट राहुल गांधी के पास पहुंच चुकी है और एक फॉर्मूला ये तैयार किया गया था कि डिप्टी सीएम नवजोत सिंह सिद्धू को लगाया जाए तो नवजोत सिंह सिद्धू ने कहा कि मुझे डिप्टी सीएम का ऑफर भी आया था लेकिन मैं कैप्टन अमरिंदर सिंह के अधीन काम नहीं करूंगा जब 4.5 साल में कैप्टन नहीं कुछ कर पाए तो अब चुनाव के समय
में ही क्यों उनको डिप्टी सीएम की याद आ रही है। बट से ये पूछा जा रहा है कि क्या पीसीसी उनको लगाया जाए, प्रदेश अध्यक्ष लगाया जाए, तो उसके लिए तैयार है। तो वो कह रहे हैं कि हाईकमान ने तय करना है, मैंने कोई जिम्मेदारी नहीं मांगी है। मुझे जो मेरे इशू है, मेरे इशू पर मुझे कैप्टन अमरिंदर सिंह पे एतराज है, वो इशू कैप्टन अमरिंदर सिंह सॉल्व करें। और हमारे साथ नीरज भी जुड़ गए हैं पंकज दिल्ली से। कैप्टन दिल्ली पहुंचे हैं नीरज, क्या जानकारी मिल रही है उनके बारे में? देखिए, बिल्कुल पंजाब के मुख्यमंत्री कैप्टन अमरिंदर सिंह दिल्ली पहुंच गए हैं और अपने आवास पे मौजूद हैं, लेकिन कल कमेटी के साथ एक बैठक उनकी निर्धारित की गई थी, उस बैठक अभी है मौजूद, क्योंकि इस तरह का घटनाक्रम बीच में हो गया। नवजोत सिंह सिद्धू ने खुलकर इंटरव्यू दिया जिसमें कैप्टन अमरिंदर सिंह पे निशाना साधा गया है। देखिए, पार्टी के अंदर अब ये है कि नवजोत सिंह सिद्धू को किसी तरह मनाने की कवायद जो है पार्टी के भीतर चल रही है, लेकिन एक सूत्र के हवाले से खबरें आई है कि जो कमेटी के सदस्य हैं उनकी पहुंच से सिद्धू अभी बाहर, उनके फोन को नहीं ले रहे। प्रियंका गांधी इस पूरे मुद्दे पर नवजोत सिंह सिद्धू से बात करेंगे, लेकिन जिस तरह से खुलकर उन्होंने इंटरव्यू दिया है, क्या आने वाले में पैचअप हो पाएगा अमरिंदर सिंह और नवजोत सिंह सिद्धू का? क्योंकि 3 सदस्यीय जो कमेटी बनाई गई थी उसका मैंडेट ये था कि आप पार्टी के अंदर जो घमासान है, पार्टी के अंदर जो नाराजगी है, नवजोत सिंह सिद्धू जो लगातार हमलावर है अमरिंदर सिंह पे, उसको रोका जाए। लेकिन जिस तरह से मीडिया के सामने उन्होंने बात रखी है, उसके बाद मुझे लगता है कि नवजोत सिंह सिद्धू को मनाना पार्टी के लिए मुश्किल होगा फिलहाल। लेकिन जिस तरह से कांग्रेस पार्टी में प्रिविलेज दी जा रही है नेताओं को अलग अलग स्तर पर, इस पर कितना फायदा या नुकसान हो सकता है, क्योंकि चुनावी राज्य है पंजाब? देखिए, पंजाब में चुनाव की घोषणा जनवरी महीने में होने के आसार हैं। उत्तर प्रदेश और बाकी 3 राज्यों के साथ वहां चुनाव की। नीरज, आपको रोक रही हूँ। इस वक्त की बड़ी खबर पंजाब पर, दिल्ली में मंथन हो रहा है। पंजाब के 6 मंत्रियों से कल मिलेंगे राहुल गांधी। सभी मंत्रियों से अलग अलग मिलने की जानकारी राहुल गांधी की आ रही है। ये बड़ी खबर, पंजाब के 5 विधायकों से मुलाकात कर सकते हैं राहुल गांधी, और कल ही कैप्टन अमरिंदर सिंह की पेशी भी होनी है। कहा तो जा रहा है कि चुनाव के मद्देनजर रोड मैप तैयार करने की बात होगी उसमें। लेकिन इस बीच एक और बड़ी खबर ये आ रही है कि पंजाब में 5 विधायक जो हैं उनसे मुलाकात कर सकते हैं राहुल गांधी, और हमारे सहयोगी पंकज कपाही ने ये खबर दी है। पंकज, क्या खबर इस बैठक को लेकर? देखिए, तो ये कैप्टन अमरिंदर सिंह के अगेंस्ट जो मंत्री हैं, चाहे सुखजिंदर सिंह रंधावा हो, चरणजीत सिंह चन्नी हो, तृप्त राजेंद्र बाजवा हो, इन्होंने कैप्टन अमरिंदर सिंह के खिलाफ लगातार मोर्चा खोला हुआ है। और जानकारी ये मिल रही है कि ये कैप्टन अमरिंदर सिंह के 3 इशू पर सबसे ज्यादा खफा है। एक तो अफसरशाही को लेकर शिकायत राहुल गांधी से कर सकते हैं। दूसरा, मामले को लेकर जिस पर सीधे तौर पर अकाली दल गिरती है, बादल परिवार गिरता है, उस पर 4.5 साल में कोई एक्शन क्यों नहीं हुआ। ये बातों को लेकर मुख्यमंत्री से खफा है, क्योंकि होम मिनिस्ट्री भी मुख्यमंत्री के पास है और राहुल गांधी खुद जानना चाह रहे हैं। राहुल गांधी खुद, क्योंकि कमेटी ने अपनी रिपोर्ट सौंपी, कमेटी ने 2-3 फॉर्मूले दिए, लेकिन सबसे बड़ी चुनौती ये बनी हुई है कि जब नवजोत सिंह सिद्धू खुलकर बोल रहे हैं, कैप्टन अमरिंदर सिंह अपनी बात रख रहे हैं, तो ऐसे में कुछ मंत्री और कुछ विधायकों से राहुल गांधी पर्सनल 1-to-1 बात करना चाहते हैं उनसे। इसीलिए दिल्ली में इस समय पंजाब कांग्रेस के 15 से 20 जो मेन लीडर हैं, चाहे उसमें रवनीत सिंह बिट्टू हो जो मेंबर पार्लियामेंट है लुधियाना से, चाहे गुरजीत सिंह औजला हो, या फिर दलित नेता राजकुमार वेरका हो, या फिर 6 मंत्री हो, ये सभी दिल्ली पहुंच चुके हैं। ये सभी अपनी अपनी बात रखेंगे और जानकारी ये मिल रही है कि कुछ लीडर से आज भी राहुल गांधी मुलाकात कर सकते हैं और कल भी 5 से 6 मंत्रियों के साथ राहुल गांधी जो है वो मुलाकात कर सकते हैं। ये भी सोर्सेज के हवाले से जानकारी। लेकिन पंकज, क्या इस मुलाकात में उन्हें समझाने की कवायद होगी या फिर एक्शन लिया जाएगा? क्योंकि पहले ही कांग्रेस आलाकमान की तरफ से संकेत मिल चुके हैं कि आने वाले चुनाव में जो चेहरा होगा वो कैप्टन अमरिंदर सिंह ही होंगे। देखिए, पार्टी आलाकमान ने ये कहा है कि 2022 तक कैप्टन अमरिंदर सिंह रहेंगे, उनको छेड़ा नहीं जाएगा। लेकिन 2022 में ये भी हो सकता है कि बिना किसी चेहरे के कांग्रेस जो है वो मैदान में उतरे, चेहरा जो है वो चुनाव के बाद बनाया जाए, क्योंकि इस समय ज्यादातर मंत्री विधायक जो है वो कैप्टन अमरिंदर सिंह के खिलाफ है। हालांकि मेंबर पार्लियामेंट रवनीत सिंह बिट्टू, गुरजीत सिंह औजला, जसवीर सिंह डिम्पा, जो उनकी पत्नी है परनीत कौर या मोहम्मद अजीज, ये कैप्टन अमरिंदर सिंह के साथ जरूर है, लेकिन उनकी सरकार में उनके ही वजीर, उनके ही विधायक ज्यादातर कैप्टन अमरिंदर सिंह से खबर नजर आ रहे हैं। और इस समय राहुल गांधी ये जानना चाह रहे हैं कि किस तरह इस इशू को खत्म किया जाए, किस तरह से मसले को सुलझाया जाए। और इसीलिए कैप्टन अमरिंदर सिंह, नवजोत सिंह सिद्धू के जो सबसे करीबी दोस्त हैं परकर सिंह, उनको भी कल दिल्ली बुलाया गया है। कल दोपहर तक वो भी दिल्ली पहुंचेंगे, वो भी राहुल गांधी के साथ कल मुलाकात जो है वो कर सकते हैं। पंकज, एक और अपडेट दीजिएगा
एक तो ये मुलाकात होनी है, विधायकों के साथ मुलाकात कर सकते हैं राहुल गांधी, और कैप्टन अमरिंदर की जो सोनिया गांधी से मुलाकात होनी है उस पर क्या जानकारी है? देखिए, जानकारी मिल रही है कि कल 11 से 12 बजे के बीच में पहले जो कमेटी 3 मेंबरी बनी है उसके साथ कैप्टन अमरिंदर सिंह मुलाकात कर सकते हैं, और उसके बाद सोनिया गांधी से भी जो है वो मीटिंग फिक्स हो सकती है। इसीलिए कैप्टन अमरिंदर सिंह जो है वो दिल्ली पहुंचे हैं। अच्छा, कैप्टन अमरिंदर सिंह इन विधायकों से मुलाकात के बाद और नवजोत सिंह सिद्धू का जो विवाद चल रहा है, क्या असर होगा? देखिए, सीधे तौर पर क्योंकि जिस तरह से नवजोत सिंह सिद्धू ने आज न्यूज 18 पर इंटरव्यू दिया, वो तो खुलकर कैप्टन अमरिंदर सिंह के खिलाफ बोल रहे हैं। वो तो साफ तौर पर ये कह रहे हैं कि कैप्टन अमरिंदर सिंह ने 4 साल में जो वादे किए थे कोई भी वादा पूरा नहीं किया। हालांकि 4 साल पूरे होने पर कैप्टन अमरिंदर सिंह ने यह दावा किया था कि जो मैनिफेस्टो में वादे थे उसमें 85% जो है वो पूरे कर लिए हैं। लेकिन जब जो बड़े वादे हैं जिसको लेकर मंत्री विधायक नवजोत सिंह सिद्धू खफा है, तो फिर किस तरह से पार्टी आला कमान राहुल गांधी मसले को सुलझाएंगे, ये बेहद चुनौती जो है वो राहुल गांधी के सामने रहने वाली है। लेकिन साथ ही ये बताइए कि इन तमाम घटनाक्रमों के बीच कोई हल निकलता दिख रहा है क्या? देखिए, एक फॉर्मूला जो है वो पार्टी आला कमान ने तैयार किया था कि डिप्टी सीएम जो है वो नवजोत सिंह सिद्धू को लगा दिया जाए। वो फॉर्मूला नवजोत सिंह सिद्धू ने ठुकरा दिया। उन्होंने कहा कि उनको ऑफर थी, उन्होंने मना कर दिया, वो डिप्टी सीएम नहीं करना चाहते। एक फॉर्मूला ये कि पीसीसी अध्यक्ष यानी कि प्रदेश अध्यक्ष जो है वो नवजोत सिंह सिद्धू को लगा दिया जाए, यानी कि अगर नवजोत सिंह सिद्धू प्रदेश अध्यक्ष लगते हैं तो वो 2022 के लिए सीएम चेहरा भी बन सकते हैं। लेकिन क्या कैप्टन अमरिंदर सिंह इस बात को लेकर राजी होंगे? क्योंकि कैप्टन अमरिंदर सिंह अभी तक विरोध कर रहे थे कि पीसीसी जो है वो नवजोत सिंह सिद्धू को नहीं लगाया जाना चाहिए, क्योंकि उनसे सीनियर जो है नेता बैठे हुए हैं। लेकिन आज जब न्यूज 18 ने नवजोत सिंह सिद्धू से सवाल पूछा कि कैप्टन तो कह रहे हैं कि उनसे सीनियर लीडर जो है वो पार्टी में बैठे हुए हैं, उनको कैसे प्रदेश अध्यक्ष लगाया जाए, उन्होंने कहा कि वो उनके पिता जो है वो कैप्टन वो कांग्रेस के साथ जुड़े रहे हैं, वो पुराने कांग्रेसी हैं। कैप्टन अमरिंदर सिंह उनके बाद पार्टी में आए हैं, तो ऐसे में क्या नया अध्यक्ष तो अलग तरह की बहस भी इस पूरे विवाद के बीच सामने आ रही है कि मैं ज्यादा पुराना कांग्रेसी और मैं ज्यादा पुराना कांग्रेसी। इस बीच और क्या नवजोत सिंह सिद्धू ने पंकज कपाई इस इंटरव्यू में कहा है, वो भी व्यूअर्स को सुनवाते हैं। किसानां ਦੀਆਂ ਰეკਮੈਂਡੇਸ਼ਨਸ ਦਾਮ ਦੂਪਤ ਲੱਖ ਰੁਪਈਆ ਕਰਜ਼ਾ ਲਊਗਾ 2 ਲੱਖ ਤੋਂ ਵੱਧ ਮੋੜੂਗਾ ਨਹੀਂ, ਟ੍ਰਾਈਬਿਊਨਲਸ ਚੈੱਕ ਦੀ ਪੇਮੈਂਟ, ਲਾਇਸੈਂਸਸ, ਆਡਿਟ, ਕੰਪਾਊਂਡਿੰਗ ਆਫ ਇੰਟਰਸਟ ਨਹੀਂ, ਸਰ ਛੋਟੂ ਰਾਮ ਦਾ ਐਕਟ, ਕਾਰਪੋਰੇਸ਼ਨ, ਇਹ ਸਾਰੀਆਂ ਔਨ ਰਿਕਾਰਡ ਨੇ। 46 ਵੀਡੀਓ ਪਈਆਂ ਨੇ, ਪੜ੍ਹ ਲਈ ਜਦੋਂ ਮਰਜ਼ੀ ਦੇਖ ਲਈ। ਮੈਂ ਦੇਖੀਆਂ, ਮੈਂ ਕਵਰ ਕੀਤੀਆਂ ਨਾ। ਸੁਣ ਲੈ, ਕੋਆਪਰੇਟਿਵ ਅਫਸਰਾਂ ਦੇ ਹੱਥ ਕਿਉਂ ਦੇ ਰੱਖੇ ਆ? ਅਮੂਲ ਹੈ ਸਾਡਾ ਪੰਜਾਬ ਦਾ ਵੇਰਕਾ ਹੈ, ਇਹ ਕੋਆਪਰੇਟਿਵ ਨਹੀਂ ਹੈ? ਛੋਟਾ ਵੱਡਾ ਕਿਸਾਨ ਨਾਲ ਇਕੱਠਾ ਨਹੀਂ ਖੜਾ ਹੋ ਸਕਦਾ? ਕਿਉਂ ਨਹੀਂ? ਹੱਕ 'ਚ ਦਿਓ ਕਿਸਾਨਾਂ ਦੇ, ਤੁਸੀਂ ਕਿਉਂ ਨਹੀਂ ਦਿੰਦੇ ਉਹਨਾਂ ਨੂੰ ਸਟੋਰੇਜ? ਸਿੱਧੂ ਸਾਹਿਬ ਹੋਏਗਾ ਕਿਵੇਂ? ਮੇਰੀ ਇੱਕ ਗੱਲ ਨੂੰ ਸੁਣ ਯਾਰ, ਚੀਜ਼ਾਂ ਤੁਹਾਡੇ ਅੰਦਰ ਦਰਦ ਮੈਂ ਕਿਹਾ ਇੱਕ ਯਾਰ ਗੱਲ ਸੁਣ, ਮੇਰੀ ਗੱਲ ਸੁਣ, ਮੇਰੀ ਗੱਲ ਨੂੰ, ਇਹ ਨਹੀਂ ਬਾਹਰ ਹੋਏ ਸੀ 3 ਇਲੈਕਸ਼ਨ ਹਰੇ ਨਹੀਂ ਸੀ, ਭੱਜੇ ਗਏ ਸੀ ਨਹੀਂ ਹੈ? ਕਿੱਥੋਂ ਤਾਕਤ ਲਈ ਇਹਨਾਂ ਨੇ? ਲੋਕਾਂ ਤੋਂ ਲਈ ਨਾ, ਤੇ ਦਿੱਤੀ ਕਿਹਨੇ ਸੀ? ਹਾਈ ਕਮਾਂਡ ਨੇ ਦਿੱਤੀ ਨਾ। ਉਹ ਹਾਈ ਕਮਾਂਡ ਸਰਵਸਵ ਹੈ। ਮੈਂ ਕਿਹਾ ਮੇਰੀ ਗੱਲ ਕੱਲ ਜਾ ਰਹੇ ਹੋ, ਪਹਿਲੀ ਗੱਲ ਨੂੰ ਸੁਣ। 20 ਤਰੀਕ ਦੀ ਨਿਊਜ਼ ਮੈਂ ਦੇਖੀ ਸੀ, ਹਰ ਥਾਂ ਤੇ ਲੱਗੀ ਫੇਕ ਨਿਊਜ਼ ਹੈ। ਨਹੀਂ, ਕੈਪਟਨ ਤੇ ਪਹੁੰਚ ਗਿਆ। ਮੈਂ ਕਿਹਾ ਫਿਰ ਉਹਨੂੰ ਬੁਲਾਇਆ ਹੋਣਾ। ਤੁਹਾਨੂੰ ਨਹੀਂ ਬੁਲਾਇਆ ਯਾਰ, ਮੈਂ ਕਿਉਂ ਕਹਾਂ ਹੈ? ਜਦੋਂ ਮੈਨੂੰ ਬੁਲਾਵਾ ਆਊਗਾ ਸਾਰੀ ਦੁਨੀਆ ਨੂੰ ਪਤਾ ਲੱਗੂਗਾ, ਉਹੀ ਅਨਾਉਂਸ ਕਰ ਦੇਣਗੇ। ਕੀ ਬੁਰੀ ਹੈ ਨਾ ਇਹ ਪਤਾ ਕੀ ਹੈ? ਇਹ ਝੂਠੀਆਂ, ਹੁਣ ਜਿਹਨਾਂ ਨੂੰ ਬੁਲਾਇਆ ਜਾਣ, ਇਹ ਝੂਠੀਆਂ ਖਬਰਾਂ 20 ਤਰੀਕ ਦੀ ਲਾ ਕੇ ਇਹ ਕੀ ਦਿਖਾਉਣਾ ਚਾਹੁੰਦੇ ਸੀ? ਝੂਠੀ ਸ਼ਾਨ ਵੀ ਮੈਂ ਨਹੀਂ ਜਾਂਦਾ, ਫਿਰ ਪਹਿਲਾਂ ਗਏ ਸੀ। ਇਹ ਮਿੱਤਰ ਪਿਆਰੇ ਡਿਪਟੀ ਸੀਐਮ ਦੀ ਆਫਰ ਦੇ ਰਹੇ, ਵਾਹ ਜੀ ਵਾਹ। ਮੈਂ ਕਿਹਾ ਵਾਹ ਜੀ ਵਾਹ, ਮੈਂ ਕਿਹਾ ਵਾਹ ਜੀ ਵਾਹ। ਤੇ 1.5 ਸਾਲ ਪਹਿਲਾਂ ਕੀ ਹੋਇਆ ਸੀ? ਇਹ ਡਿਪਟੀ ਸੀਐਮ 6 ਮਹੀਨੇ ਪਹਿਲਾਂ ਯਾਦ ਆਉਂਦਾ। ਮੈਂ ਕਿਹਾ 17 ਸਾਲ ਦੇ ਇਤਿਹਾਸ ਦੇ ਵਿੱਚ 10 ਨਵਜੋਤ ਸਿੰਘ ਸਿੱਧੂ ਨੇ ਕਿਸੇ ਤੋਂ ਇੱਕ ਅਹੁਦਾ ਮੰਗਿਆ ਹੋਵੇ ਉਸੇ ਦਿਨ ਜ਼ਿੰਮੇਵਾਰ, ਤੇ ਮੈਂ ਨਹੀਂ ਮੰਨੀ। ਕਿਉਂ ਨਹੀਂ ਮੰਨੀ? ਸੁਣ ਲੈ, ਮੈਂ ਤੁਹਾਨੂੰ ਦੱਸਦਾ। ਜਦੋਂ ਬੇਅਦਬੀ ਦਾ ਇਹਨਾਂ ਨੇ ਇਨਸਾਫ ਨਹੀਂ ਕੀਤਾ, ਜਦੋਂ ਇਹਨਾਂ ਨੇ ਡਰੱਗਸ ਦਾ ਇਨਸਾਫ ਨਹੀਂ ਕੀਤਾ, ਜਦੋਂ ਇਹਨਾਂ ਨੇ ਰਿਪੋਰਟ ਹੀ ਨਹੀਂ ਮੰਨੀ, ਜਦੋਂ ਇਹਨਾਂ ਨੇ ਭੋਲੇ ਦੇ ਬਿਆਨਾਂ ਨੂੰ ਨਹੀਂ ਮੰਨਿਆ, ਜਦੋਂ ਇਹਨਾਂ ਨੇ ਬੇਅਦਬੀ ਦਾ ਕਿਹਾ ਵੀ ਚਲੋ ਇਹ ਲਾਸਟ 6 ਮਹੀਨਿਆਂ ਦੇ ਵਿੱਚ ਕਰਾਂਗੇ, ਪਹਿਲੇ 6 ਮਹੀਨੇ ਸੁੱਤੇ ਪਏ ਸੀਗੇ। ਮੈਂ ਇਹਨਾਂ ਨੂੰ ਕਿਹਾ ਕਿ ਜਦੋਂ ਹਰ ਪ੍ਰਸਤਾਵ ਨਵਜੋਤ ਸਿੰਘ ਸਿੱਧੂ ਦੇ ਵਿਕਾਸ ਦੇ ਮਾਮਲੇ ਦਾ, ਪੰਜਾਬ ਦੇ ਲੋਕਾਂ ਦੇ ਵੈਲਫੇਅਰ ਦੇ ਮਾਮਲੇ ਦਾ ਤੁਸੀਂ ਮੈਨੂੰ ਇਸ ਸਿਸਟਮ ਨੇ ਠੁਕਰਾਤਾ, ਮੈਂ ਸਿਸਟਮ ਨੂੰ ਠੁਕਰਾਉਣਾ। ਲਿਖਤਾ ਸਿਸਟਮ ਨੇ ਪਾਵਰ ਐਂਡ ਰੀਨਿਊਏਬਲ ਐਨਰਜੀ ਮੇਰੇ ਆਫਿਸ ਦੇ ਬਾਹਰ, ਮੈਂ ਮਾਰੀ ਭਗਾ ਕੇ ਠੋਕਰ। ਨਹੀਂ, ਤੁਸੀਂ ਪਰਫਾਰਮ ਕਰ ਸਕਦੇ ਸੀ। ਕਿਉਂ ਜੀ? ਤੁਸੀਂ ਜਿਹੜੇ ਕੁੰਡੀਆਂ ਬਣ ਰਹੇ ਆ, ਚਾਹੇ ਰੁਕ। ਇਹ ਪਰਫਾਰਮੈਂਸ ਨਹੀਂ ਹੈ। ਕੀ ਕੀਤਾ ਦੱਸ? ਕੀ ਕੀਤਾ ਬੇਅਦਬੀ 'ਚ? ਕੀ ਕੀਤਾ ਡਰੱਗਸ 'ਚ?
ਇਹ ਕੌਣ ਲੈ ਕੇ ਗਿਆ? ਅਗਰ ਡਿਪਟੀ ਸੀਐਮ ਬੰਦੇ ਤੁਸੀਂ ਅਗਰ ਫੋਨ ਕਰਕੇ ਅੰਦਰ ਕਰੋ। ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣ, ਜਿਹੜੇ ਸਿਸਟਮ ਨੇ 2 ਸਾਲ ਮੈਂ ਕੀ ਕਰ ਰਿਹਾ ਸੀ? ਸਵੇਰੇ 6 ਵਜੇ ਉੱਠ ਕੇ ਰਾਤ ਦੇ 12 ਵਜੇ ਤੱਕ ਕੀ ਕਰਦਾ ਸੀਗਾ? ਕੀ ਕਰਦਾ ਸੀ? ਕੰਮ ਹੀ ਕਰਦੇ ਸੀ ਨਾ। ਆਹ ਬਣਾਓ, ਆਹ ਵਿਜ਼ਨ ਹੈ ਸਰ, 5 ਪੁਲ ਆਹ ਬਣਾਓ ਸਰ, ਆਹ ਇਸ ਤਰ੍ਹਾਂ ਕਰੋ ਜੀ, ਆਪਾਂ ਈ ਗਵਰਨੈਂਸ ਕਰਦੇ ਆ। ਆਹ ਸਟੈਂਡਿੰਗ ਆਰਡਰ ਆਉਂਦਾ, ਸਟੈਂਡਿੰਗ ਆਰਡਰ ਕੀ ਕਹਿੰਦਾ? ਸਟੈਂਡਿੰਗ ਆਰਡਰ ਸੀਐਮ ਕੋਲ ਜਾਊਗੀ ਫਾਈਲ, ਸੀਐਮ ਕੀ ਕਹਿੰਦਾ? ਲਟਕਾ ਕਾਨੂੰਨ ਬਣਾਇਆ, ਇਹੀ ਕਹਿੰਦਾ ਨਾ। ਹੁਣ ਤਾਂ ਆਪੇ ਕਹਿੰਦਾ ਦੱਬ ਲਓ। ਮੈਂ ਕਿਹਾ ਇਹ ਤੇ ਉੱਥੇ ਵੀ ਕਹਿੰਦੇ ਆ ਦੇਖ ਲੈ 1.5 ਲੱਖ ਕਰੋੜ ਰੁਪਏ ਦੀ ਜ਼ਮੀਨ ਦੱਬੀ ਹੋਈ ਹੈ, ਤੈਨੂੰ ਦੱਬ ਲਓ ਨਾ। ਮੈਂ ਦੱਬ ਲਓ ਵੀ ਦੱਸਦਾ ਤੈਨੂੰ, ਦੱਬ ਲਓ ਕੀ ਹੁੰਦਾ। 1.5 ਲੱਖ ਕਰੋੜ ਰੁਪਏ ਦੀ ਇੱਥੇ ਮੋਹਾਲੀ ਜ਼ਮੀਨ ਦੱਬੀ ਪਈ ਹੈ, ਠੀਕ ਹੈ। ਮੈਂ ਕਿਹਾ ਜਸਟਿਸ ਰਣਜੀਤ ਸਿੰਘ ਦੀ ਉਹਦੀ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਪੜ੍ਹ, ਹਾਈ ਕੋਰਟ ਦੇ ਆਰਡਰ ਪੜ੍ਹਨਾ ਕਾਂਗਰਸ ਦੇ ਉੱਥੇ ਲਿਖਿਆ ਹੋਇਆ ਨਾ, ਉੱਥੇ ਲਿਖਿਆ ਹੋਇਆ, ਮੇਰੇ ਮੂੰਹ 'ਚ ਸ਼ਬਦ ਨਾ ਪਾਣਾ, ਪੜ੍ਹ। ਮੈਂ ਕਿਹਾ ਤੂੰ ਪੜ੍ਹਿਆ ਲਿਖਿਆ ਬੰਦਾ, ਪੜ੍ਹ, ਕੋਈ ਅਨਪੜ੍ਹ ਥੋੜਾ ਨਾ, ਪੜ੍ਹ। ਮੈਂ ਕਿਹਾ ਮੈਂ ਤੈਨੂੰ ਦੱਸਦਾ ਨਾ, ਰੋਟੀ ਚੋਚੀ ਥੋੜਾ ਨਾ ਕਹਿੰਦਾ ਮੈਂ ਤੇਰਾ ਪੜ੍ਹ। ਮੈਂ ਇਹਨਾਂ ਨੂੰ ਕਿਹਾ, ਮੈਂ ਉਹਦਾ ਚੇਅਰਮੈਨ ਸੀ, ਮੈਂ ਕਿਹਾ ਮਹਾਰਾਜ ਆ ਇੰਨੀ ਦੱਬੀ ਹੋਈ ਹੈ, ਲੱਖਾਂ ਕਰੋੜ ਦੀ ਗਊਚਰਾਨ ਭੂਮੀ ਗਊਆਂ ਨੂੰ ਤੁਸੀਂ ਬਾਹਰ ਕਰਦੇ। ਹੁਣ ਕਹਿੰਦੇ ਐਕਸੀਡੈਂਟ ਹੁੰਦੇ, ਕਿਉਂ? ਜਦੋਂ ਗਊਆਂ ਨੂੰ ਗਊਚਰਾਨ ਭੂਮੀ ਚੋਂ ਕੱਢ ਕੇ ਉੱਥੇ ਕਬਜ਼ਾ ਕਰ ਲਓਗੇ 250 ਏਕੜ ਦੇ ਉੱਤੇ ਜਿਹੜੀ ਦਿੱਤੀ ਹੋਈ ਹੈ ਜ਼ਮੀਨ, ਤੇ ਗਊਆਂ ਫਿਰਨਗੀਆਂ ਹੀ ਨਾ। ਫਿਰ ਕਰੋ ਬਰਾਮਦ। ਮੈਂ ਕਹਿੰਦਾ 5% ਬਰਾਮਦ ਕਰ ਲਓ, ਤੁਹਾਡੇ ਕੋਲ 3 ਲੱਖ ਕਰੋੜ ਰੁਪਇਆ ਕਰਜ਼ਾ ਉਤਰ ਜੂਗਾ, ਨਾਲੇ 2 ਸਾਲ ਦਾ ਅਗਲਾ ਉਹਨਾਂ ਦਾ ਬਜਟ ਹੋਊਗਾ। ਜਵਾਬ ਨਹੀਂ ਆਇਆ, ਕਹਿੰਦੇ ਦੱਬਾਂਗੇ, ਇਹੀ ਜਵਾਬ ਹੈ ਨਾ। ਫਿਰ ਉਸ ਤੋਂ ਬਾਅਦ ਮੈਂ 2 ਸਾਲ ਪ੍ਰੋਐਕਟਿਵ ਸੀ ਮਿੱਤਰਾ। 1 ਘੰਟੇ 'ਚ ਮੈਂ ਕੋਠੀ ਖਾਲੀ ਕੀਤੀ। ਕੌਣ ਸੀ ਇੰਸਪੀਰੇਸ਼ਨ? ਯਾਨੀ ਕਿਰਪਾਲ ਸਿੰਘ। ਇਹਨਾਂ ਨੇ ਤਾਂ ਪਵਿੱਤਰ ਜਮਾਤ ਜਦਾਦ ਬਣਾ ਲਈ, ਸਮਝਿਆ ਨਹੀਂ? ਉਹ ਵੀ ਉਦਾਹਰਣ ਸੀ। ਕੋਈ ਪਾਰਟੀਆਂ ਨਹੀਂ ਹੁੰਦੀਆਂ, ਪਾਰਟੀਆਂ ਚਲਾਉਣ ਵਾਲੇ ਹੁੰਦੇ ਆ ਮਿੱਤਰਾ। ਇਹ ਪਹਿਲੇ ਦਿਨ ਕਹਿੰਦਾ ਸੋਚਣਾ ਹੁੰਦਾ ਬੰਦਾ। ਉਹਦੀ ਕਹਾਣੀ ਸੁਣਦਾ ਸੀ ਮੈਂ। ਇੱਕ ਜਰਨਲਿਸਟ ਹੈ ਮੇਰਾ ਦੋਸਤ ਦਵਿੰਦਰਪਾਲ, ਉਹ ਕਹਿੰਦਾ ਯਾਰ ਇਹ ਕੋਠੀ ਯਾਨੀ ਕਿਰਪਾਲ ਸਿੰਘ ਕੋਲ ਸੀ। ਮੈਂ ਕਿਹਾ ਯਾਰ ਅੱਛਾ। ਕਹਿੰਦਾ ਉਹਨੂੰ ਕਿਹਾ ਸੀਗਾ ਵੀ ਆ ਸਰਕਾਰ ਥੋੜੀ ਖਤਮ ਹੋ ਗਈ। ਕਹਿੰਦਾ ਉਹ 2 ਪੋਟਲੀ ਜੀ ਸੀ, ਉਹਨੇ ਪੋਟਲੀ ਐ ਬੰਨੀ, ਐ ਮੋਢੇ ਤੇ ਪਾਈ। ਕਹਿੰਦਾ ਯਾਰ ਅਸੀਂ ਤਾਂ ਚੱਲੇ ਆ। ਤੇ ਮੈਨੂੰ ਇਹ ਸੀ ਕਿ ਭਾਈ ਇਹੋ ਜਿਹੇ ਲੋਕ ਵੀ ਹੈਗੇ ਆ, ਇਹ ਇੰਸਪੀਰੇਸ਼ਨ ਚਾਹੀਦੀ ਹੈ। ਗੁਰੂ ਸਾਹਿਬ ਦੀ ਇੰਸਪੀਰੇਸ਼ਨ ਕੀ ਹੈ? ਸਿਆਸਤ 'ਚ ਨਜ਼ਰ ਨਹੀਂ ਆਉਂਦੀ। ਮੈਂ ਕਿਹਾ ਜੇ ਨਜ਼ਰ ਨਹੀਂ ਦੱਬੀ ਜਾਂਦੀ ਹੈ, ਵੇਖ ਆਉਂਦੀ ਨਹੀਂ ਨਜ਼ਰ, ਖੜਾਂਗੇ। ਨਹੀਂ ਹੁਣ ਕਰੋਗੇ ਕੀ ਤੁਸੀਂ? ਮੈਂ ਕਿਹਾ ਮੈਂ ਕਰਨਾ। ਡਿਪਟੀ ਸੀਐਮ ਤੁਸੀਂ ਨਹੀਂ। 1 ਮਿੰਟ ਗੱਲ ਠਹਿਰ। ਉਹ ਯਾਰ ਤੂੰ ਮੇਰੀ ਇੱਕ ਗੱਲ ਨੂੰ ਸੁਣ, ਇਹਦਾ ਪ੍ਰਿੰਸੀਪਲ ਰਹਿ ਚੁੱਕਿਆ, ਕੀ ਬਣਨਾ ਕੀ ਨਹੀਂ ਮੈਂ ਤੈਨੂੰ ਕੀ ਕਿਹਾ, ਮੈਂ ਦੱਸਦਾ ਤੈਨੂੰ। ਜੋ ਫਾਰਮੂਲੇ ਦੇ ਰਹੀ ਹੈ, ਠਹਿਰ ਨਾ ਯਾਰ। ਮੈਂ ਕਿਹਾ ਯਾਰ ਤੂੰ ਮੇਰੀ ਠਹਿਰ ਨਾ ਯਾਰ, ਠਹਿਰ ਨਾ। ਕੋਈ ਕਿਸ ਕਿਹਾ ਉਹਨਾਂ ਨੇ? ਮੈਂ ਕੀ ਕਹਿਣਾ? ਤੂੰ ਏਜੰਡਾ ਪੂਰਾ ਕਰ। ਮੈਂ ਕਹਿੰਦਾ ਮੈਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਪ੍ਰਧਾਨ ਬਣਾ ਦੀ, ਮੈਂ ਜੈ ਜੈਕਾਰ ਕਰੂੰ। ਕਰ ਲੈ, ਚੱਲ ਲਾ ਐਕਸਾਈਜ਼ ਕਰ ਬੰਦ, ਬਾਦਲਾਂ ਦੀਆਂ ਬੱਸਾਂ ਜਿਹੜੀਆਂ ਬਗੈਰ ਪਰਮਿਟ ਦੀਆਂ ਚੱਲਦੀਆਂ ਨੇ, ਕਰਨਾ। इस बीच एक बड़ी खबर आ रही है। पंजाब कांग्रेस के कुछ नेता राहुल गांधी से मिलने दिल्ली पहुंचे हैं। जानकारी तो ये मिल रही है कि उसमें विधायक भी शामिल हैं। न्यूज़ 18 के अरुण सिंह की खबर है। बड़ी खबर इस वक्त दिल्ली से, राहुल गांधी से मिलने कांग्रेस पंजाब से जुड़े हुए तमाम नेता पहुंचे हैं। उनमें कहा जा रहा है कि कुछ आज मुलाकात कर रहे हैं, कुछ कल भी मुलाकात करेंगे, जो कि हमारे सहयोगी पंकज कपाई भी बता रहे थे। लेकिन अभी इस वक्त की जो बड़ी खबर अरुण सिंह दे रहे हैं वो ये कि पंजाब कांग्रेस के कुछ नेता राहुल गांधी से दिल्ली मिलने पहुंचे। और जानकारी ये आ रही है कि जो कैप्टन अमरिंदर सिंह के खिलाफ वाला खेमा है उसमें ज्यादातर वो नेता पहुंचे हैं, वो विधायक पहुंचे हैं। अरुण सिंह हमारे साथ जुड़ रहे हैं। अरुण, पंजाब कांग्रेस के जो नेता पहुंचे उनमें कौन कौन लोग शामिल हैं और वो किसी खेमे से भी ताल्लुक रखते हैं क्या? देखिए, अभी जो 2 नेता आए हैं उनमें एक राजकुमार वेरका हैं जो मंत्री हैं सरकार में, और दूसरे हैं गुरजीत औजला जो सांसद हैं पार्टी के। अभी तक जो दोनों नेता अंदर गए हैं उनके बारे में कहा जा रहा है कि वो तटस्थ हैं, अमरिंदर सिंह के साथी हैं। उसमें कोई ऐसा नेता नहीं है जो सिद्धू की तरह खुद करके बयानबाजी कर रहा हो। पार्टी के अंदर कौन किसके बारे में क्या बात करता है वो तो आला कमान से जब वो बात करेंगे तभी तय होगा। लेकिन इतना तय है कि अब राहुल गांधी ने भी कमान संभाली, और आज ही कल जो पंजाब सरकार के कुछ मंत्री हैं, कुछ नेता हैं, विधायक हैं, उनसे भी मुलाकात करेंगे। इससे पहले राहुल गांधी की जो 3 सदस्यों वाली कमेटी थी उससे मुलाकात की थी और उन्होंने रिपोर्ट उनको दी थी, बताया था कि क्या वहाँ पर हलचल चल रही है, क्या ऑप्शन हो सकते हैं। राहुल गांधी अब पार्टी के तमाम नेताओं से फीडबैक लेकर के एक फाइनल डिसीजन पर पहुंचना चाहते हैं। पंजाब का विवाद लंबे समय तक खींचना नहीं चाहता आलाकमान। सिद्धू इस बीच बड़े फैक्टर बने हुए हैं, लेकिन पार्टी सिद्धू के बिना भी इस विवाद को सुलझाने की कोशिश कर रही है, जिसमें और भी नेता जो नाराज हैं कैप्टन अमरिंदर सिंह से, चाहे वो प्रताप सिंह बाजवा की बात करिए या और जो नेता हैं वहाँ पर। राहुल गांधी मुझे लगता है कंसल्टेशन की जो प्रक्रिया है, जो संपर्क सारे नेताओं से कर रहे हैं, इसलिए कर रहे हैं
ताकि वो एक हद निकालने की दिशा में आगे बढ़ सके। तो कमेटी के साथ बातचीत करके एक हद निकाला जा सके कि आखिर सिद्धू की भूमिका क्या होगी, कैप्टन अमरिंदर सिंह अगले चुनाव को कैसे जीतेंगे, क्या उनकी जो इस वक्त स्थिति है पार्टी के अंदर, क्या वो इसके लिए मुफीद है कि उनके चेहरे पर ही चुनाव लड़ा जाए। अभी तक जब मैं आपसे बात करता हूँ, कांग्रेस नेतृत्व ने स्पष्ट मना किया है कि अमरिंदर सिंह के नेतृत्व में कोई बदलाव नहीं होगा, तो वही चेहरे होंगे, तो वही मुख्यमंत्री रहेंगे, उनको नहीं चेंज किया जाएगा। लेकिन आगे बातचीत करके क्या फैसला करते हैं, बाकी लोगों को शांत करने के लिए सिद्धू से लेकर के और तमाम जो प्रताप सिंह बाजवा जैसे नेता हैं, उस पर डिस्कशन हो सकता है। ठीक है, और इस बीच एक और जानकारी लगातार उस इंटरव्यू से जुड़ी हुई, और क्या क्या बातें बोली हैं अपने इंटरव्यू में नवजोत सिंह सिद्धू ने मौजूदा सरकार और कैप्टन अमरिंदर के खिलाफ, एक बार फिर से आपको सुनवाते हैं। किसानां ਦੀਆਂ ਰეკਮੈਂਡੇਸ਼ਨਸ, ਦਾਮ ਦੂਪਤ, ਲੱਖ ਰੁਪਈਆ ਕਰਜ਼ਾ ਲਊਗਾ, 2 ਲੱਖ ਤੋਂ ਵੱਧ ਮੋੜੂਗਾ ਨਹੀਂ, ਟ੍ਰਾਈਬਿਊਨਲਸ, ਚੈੱਕ ਦੀ ਪੇਮੈਂਟ, ਲਾਇਸੈਂਸਸ, ਆਡਿਟ, ਕੰਪਾਊਂਡਿੰਗ ਆਫ ਇੰਟਰਸਟ ਨਹੀਂ, ਸਰ ਛੋਟੂ ਰਾਮ ਦਾ ਐਕਟ, ਕਾਰਪੋਰੇਸ਼ਨ, ਇਹ ਸਾਰੀਆਂ ਔਨ ਰਿਕਾਰਡ ਨੇ। 46 ਵੀਡੀਓ ਪਈਆਂ ਨੇ, ਪੜ੍ਹ ਲਈ ਜਦੋਂ ਮਰਜ਼ੀ ਦੇਖ ਲਈ। ਮੈਂ ਦੇਖੀਆਂ, ਮੈਂ ਕਵਰ ਕੀਤੀਆਂ ਨਾ। ਸੁਣ ਲੈ, ਕੋਆਪਰੇਟਿਵ ਅਫਸਰਾਂ ਦੇ ਹੱਥ ਕਿਉਂ ਦੇ ਰੱਖੇ ਆ? ਅਮੂਲ ਹੈ ਸਾਡਾ ਪੰਜਾਬ ਦਾ ਵੇਰਕਾ ਹੈ, ਇਹ ਕੋਆਪਰੇਟਿਵ ਨਹੀਂ ਹੈ? ਛੋਟਾ ਵੱਡਾ ਕਿਸਾਨ ਨਾਲ ਇਕੱਠਾ ਨਹੀਂ ਖੜਾ ਹੋ ਸਕਦਾ? ਕਿਉਂ ਨਹੀਂ? ਹੱਕ 'ਚ ਦਿਓ ਕਿਸਾਨਾਂ ਦੇ, ਤੁਸੀਂ ਕਿਉਂ ਨਹੀਂ ਦਿੰਦੇ ਉਹਨਾਂ ਨੂੰ ਸਟੋਰੇਜ? ਸਿੱਧੂ ਸਾਹਿਬ ਹੋਏਗਾ ਕਿਵੇਂ? ਮੇਰੀ ਇੱਕ ਗੱਲ ਨੂੰ ਸੁਣ ਯਾਰ, ਚੀਜ਼ਾਂ ਤੁਹਾਡੇ ਅੰਦਰ ਦਰਦ, ਮੈਂ ਕਿਹਾ ਇੱਕ ਯਾਰ ਗੱਲ ਸੁਣ, ਮੇਰੀ ਗੱਲ ਸੁਣ, ਮੇਰੀ ਗੱਲ ਨੂੰ, ਇਹ ਨਹੀਂ ਬਾਹਰ ਹੋਈ ਸੀ 3 ਇਲੈਕਸ਼ਨ ਹਰੇ ਨਹੀਂ ਸੀ, ਭੱਜੇ ਗਏ ਸੀ ਨਹੀਂ ਹੈ? ਕਿੱਥੋਂ ਤਾਕਤ ਲਈ ਇਹਨਾਂ ਨੇ? ਲੋਕਾਂ ਤੋਂ ਲਈ ਨਾ, ਤੇ ਦਿੱਤੀ ਕਿਹਨੇ ਸੀ? ਹਾਈ ਕਮਾਂਡ ਨੇ ਦਿੱਤੀ ਨਾ। ਉਹ ਹਾਈ ਕਮਾਂਡ ਸਰਵਸਵ ਹੈ। ਤੁਸੀਂ ਹਾਈ ਕਮਾਂਡ ਕੋਲ ਮੈਂ ਕਿਹਾ ਮੇਰੀ ਗੱਲ ਕੱਲ ਜਾ ਰਹੇ ਹੋ, ਪਹਿਲੀ ਗੱਲ ਨੂੰ ਸੁਣ। 20 ਤਰੀਕ ਦੀ ਨਿਊਜ਼ ਮੈਂ ਦੇਖੀ ਸੀ, ਹਰ ਥਾਂ ਤੇ ਲੱਗੀ ਫੇਕ ਨਿਊਜ਼। ਨਹੀਂ, ਕੈਪਟਨ ਤੇ ਪਹੁੰਚ ਗਿਆ। ਮੈਂ ਕਿਹਾ ਫਿਰ ਉਹਨੂੰ ਬੁਲਾਇਆ ਹੋਣਾ। ਤੁਹਾਨੂੰ ਨਹੀਂ ਬੁਲਾਇਆ ਯਾਰ, ਮੈਂ ਕਿਉਂ ਕਹਾਂ ਹੈ? ਜਦੋਂ ਮੈਨੂੰ ਬੁਲਾਵਾ ਆਊਗਾ, ਸਾਰੀ ਦੁਨੀਆ ਨੂੰ ਪਤਾ ਲੱਗੂਗਾ, ਉਹੀ ਅਨਾਉਂਸ ਕਰ ਦੇਣਗੇ। ਕੀ ਬੁਰੀ ਹੈ ਨਾ ਇਹ ਪਤਾ ਕੀ ਹੈ? ਇਹ ਝੂਠੀਆਂ, ਹੁਣ ਜਿਹਨਾਂ ਨੂੰ ਬੁਲਾਇਆ ਜਾਣ, ਇਹ ਝੂਠੀਆਂ ਖਬਰਾਂ 20 ਤਰੀਕ ਦੀ ਲਾ ਕੇ ਇਹ ਕੀ ਦਿਖਾਉਣਾ ਚਾਹੁੰਦੇ ਸੀ? ਝੂਠੀ ਸ਼ਾਨ ਵੀ ਮੈਂ ਨਹੀਂ ਜਾਂਦਾ, ਫਿਰ ਪਹਿਲਾਂ ਕਿਹਾ ਸੀ ਇਹ ਮਿੱਤਰ ਪਿਆਰੇ ਡਿਪਟੀ ਸੀਐਮ ਦੀ ਆਫਰ ਦੇ ਰਹੇ। ਵਾਹ ਜੀ ਵਾਹ, ਮੈਂ ਕਿਹਾ ਵਾਹ ਜੀ ਵਾਹ, ਮੈਂ ਕਿਹਾ ਵਾਹ ਜੀ ਵਾਹ। ਤੇ 1.5 ਸਾਲ ਪਹਿਲਾਂ ਕੀ ਹੋਇਆ ਸੀ? ਇਹ ਡਿਪਟੀ ਸੀਐਮ 6 ਮਹੀਨੇ ਪਹਿਲਾਂ ਯਾਦ ਆਉਂਦਾ। ਮੈਂ ਕਿਹਾ 17 ਸਾਲ ਦੇ ਇਤਿਹਾਸ ਦੇ ਵਿੱਚ 10 ਨਵਜੋਤ ਸਿੰਘ ਸਿੱਧੂ ਨੇ ਕਿਸੇ ਤੋਂ ਇੱਕ ਅਹੁਦਾ ਮੰਗਿਆ ਹੋਵੇ, ਉਸੇ ਦਿਨ ਜ਼ਿੰਮੇਵਾਰ। ਤੇ ਮੈਂ ਨਹੀਂ ਮੰਨੀ। ਕਿਉਂ ਨਹੀਂ ਮੰਨੀ? ਸੁਣ ਲੈ, ਮੈਂ ਤੁਹਾਨੂੰ ਦੱਸਦਾ। ਜਦੋਂ ਬੇਅਦਬੀ ਦਾ ਇਹਨਾਂ ਨੇ ਇਨਸਾਫ ਨਹੀਂ ਕੀਤਾ, ਜਦੋਂ ਇਹਨਾਂ ਨੇ ਡਰੱਗਸ ਦਾ ਇਨਸਾਫ ਨਹੀਂ ਕੀਤਾ, ਜਦੋਂ ਇਹਨਾਂ ਨੇ ਰਿਪੋਰਟ ਹੀ ਨਹੀਂ ਮੰਨੀ, ਜਦੋਂ ਇਹਨਾਂ ਨੇ ਭੋਲੇ ਦੇ ਬਿਆਨਾਂ ਨੂੰ ਨਹੀਂ ਮੰਨਿਆ, ਜਦੋਂ ਇਹਨਾਂ ਨੇ ਬੇਅਦਬੀ ਦਾ ਕਿਹਾ ਵੀ ਚਲੋ ਇਹ ਲਾਸਟ 6 ਮਹੀਨਿਆਂ ਦੇ ਵਿੱਚ ਕਰਾਂਗੇ, ਪਹਿਲੇ 6 ਮਹੀਨੇ ਸੁੱਤੇ ਪਏ ਸੀਗੇ। ਮੈਂ ਇਹਨਾਂ ਨੂੰ ਕਿਹਾ ਕਿ ਜਦੋਂ ਹਰ ਪ੍ਰਸਤਾਵ ਨਵਜੋਤ ਸਿੰਘ ਸਿੱਧੂ ਦੇ ਵਿਕਾਸ ਦੇ ਮਾਮਲੇ ਦਾ, ਪੰਜਾਬ ਦੇ ਲੋਕਾਂ ਦੇ ਵੈਲਫੇਅਰ ਦੇ ਮਾਮਲੇ ਦਾ, ਤੁਸੀਂ ਮੈਨੂੰ ਇਸ ਸਿਸਟਮ ਨੇ ਠੁਕਰਾਤਾ। ਮੈਂ ਸਿਸਟਮ ਨੂੰ ਠੁਕਰਾਉਣਾ ਲਿਖਤਾ। ਸਿਸਟਮ ਨੇ ਪਾਵਰ ਐਂਡ ਰੀਨਿਊਏਬਲ ਐਨਰਜੀ ਮੇਰੇ ਆਫਿਸ ਦੇ ਬਾਹਰ, ਮੈਂ ਮਾਰੀ ਭਗਾ ਕੇ ਠੋਕਰ। ਨਹੀਂ, ਤੁਸੀਂ ਪਰਫਾਰਮ ਕਰ ਸਕਦੇ ਸੀ। ਕਿਉਂ ਜੀ? ਤੁਸੀਂ ਜਿਹੜੇ ਕੁੰਡੀਆਂ ਬਣ ਰਹੇ ਆ, ਚਾਹੇ ਵਿਰੋਧੀ ਪਾਰਟੀ, ਰੋਕ। ਇਹ ਪਰਫਾਰਮੈਂਸ ਨਹੀਂ ਹੈ। ਕੀ ਕੀਤਾ ਦੱਸ? ਕੀ ਕੀਤਾ ਬੇਅਦਬੀ 'ਚ? ਕੀ ਕੀਤਾ ਡਰੱਗਸ 'ਚ? ਇਹ ਕੌਣ ਲੈ ਕੇ ਗਿਆ? ਅਗਰ ਡਿਪਟੀ ਸੀਐਮ ਬੰਦੇ ਤੁਸੀਂ ਪਰਫਾਰਮ ਕਰਕੇ ਅੰਦਰ ਕਰੋ। ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣ। ਜਿਹੜੇ ਸਿਸਟਮ ਨੇ 2 ਸਾਲ ਮੈਂ ਕੀ ਕਰ ਰਿਹਾ ਸੀ? ਸਵੇਰੇ 6 ਵਜੇ ਉੱਠ ਕੇ ਰਾਤ ਦੇ 12 ਵਜੇ ਤੱਕ ਕੀ ਕਰਦਾ ਸੀਗਾ? ਕੀ ਕਰਦਾ ਸੀ? ਕੰਮ ਹੀ ਕਰਦੇ ਸੀ ਨਾ। ਆਹ ਬਣਾਓ, ਆਹ ਵਿਜ਼ਨ ਹੈ ਸਰ, 5 ਪੁਲ ਆਹ ਬਣਾਓ ਸਰ, ਆਹ ਇਸ ਤਰ੍ਹਾਂ ਕਰੋ ਜੀ, ਆਪਾਂ ਈ ਗਵਰਨੈਂਸ ਕਰਦੇ ਹਾਂ। ਆਹ ਸਟੈਂਡਿੰਗ ਆਰਡਰ ਆਉਂਦਾ, ਸਟੈਂਡਿੰਗ ਆਰਡਰ ਕੀ ਕਹਿੰਦਾ? ਸਟੈਂਡਿੰਗ ਆਰਡਰ ਸੀਐਮ ਕੋਲ ਜਾਊਗੀ ਫਾਈਲ। ਸੀਐਮ ਕੀ ਕਹਿੰਦਾ? ਲਟਕਾ, ਕਾਨੂੰਨ ਬਣਾਇਆ, ਇਹੀ ਕਹਿੰਦਾ ਨਾ। ਹੁਣ ਤਾਂ ਆਪੇ ਕਹਿੰਦਾ ਦੱਬ ਲਓ। ਮੈਂ ਕਿਹਾ ਇਹ ਤੇ ਉੱਥੇ ਵੀ ਕਹਿੰਦੇ ਆ। ਆਹ ਦੇਖ ਲੈ, 1.5 ਲੱਖ ਕਰੋੜ ਰੁਪਏ ਦੀ ਜ਼ਮੀਨ ਦੱਬੀ ਹੋਈ ਹੈ। ਤੈਨੂੰ ਦੱਬ ਲਓ ਨਾ, ਮੈਂ ਦੱਬ ਲਓ ਵੀ ਦੱਸਦਾ ਤੈਨੂੰ। ਦੱਬ ਲਓ ਕੀ ਹੁੰਦਾ? 1.5 ਲੱਖ ਕਰੋੜ ਰੁਪਏ ਦੀ ਇੱਥੇ ਮੋਹਾਲੀ ਜ਼ਮੀਨ ਦੱਬੀ ਪਈ ਹੈ, ਠੀਕ ਹੈ। ਮੈਂ ਕਿਹਾ ਜਸਟਿਸ ਰਣਜੀਤ ਸਿੰਘ ਦੀ, ਉਹਦੀ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਪੜ੍ਹ, ਹਾਈ ਕੋਰਟ ਦੇ ਆਰਡਰ ਪੜ੍ਹਨਾ। ਕਾਂਗਰਸ ਦੇ ਉੱਥੇ ਲਿਖਿਆ ਹੋਇਆ ਨਾ, ਉੱਥੇ ਲਿਖਿਆ ਹੋਇਆ, ਮੇਰੇ ਮੂੰਹ 'ਚ ਸ਼ਬਦ ਨਾ ਪਾਣਾ, ਪੜ੍ਹ। ਮੈਂ ਕਿਹਾ ਤੂੰ ਪੜ੍ਹਿਆ ਲਿਖਿਆ ਬੰਦਾ, ਪੜ੍ਹ। ਕੋਈ ਅਨਪੜ੍ਹ ਥੋੜਾ ਨਾ, ਪੜ੍ਹ। ਮੈਂ ਕਿਹਾ ਮੈਂ ਤੈਨੂੰ ਦੱਸਦਾ ਨਾ, ਰੋਟੀ ਚੋਚੀ ਥੋੜਾ ਨਾ ਕਹਿੰਦਾ ਮੈਂ ਤੇਰਾ ਪੜ੍ਹ। ਮੈਂ ਇਹਨਾਂ ਨੂੰ ਕਿਹਾ, ਮੈਂ ਉਹਦਾ ਚੇਅਰਮੈਨ ਸੀ, ਮੈਂ ਕਿਹਾ ਮਹਾਰਾਜ ਆ ਇੰਨੀ ਦੱਬੀ ਹੋਈ ਹੈ, ਲੱਖਾਂ ਕਰੋੜ ਦੀ ਗਊਚਰਾਨ ਭੂਮੀ ਗਊਆਂ ਨੂੰ ਤੁਸੀਂ ਬਾਹਰ ਕਰਦੇ। ਹੁਣ ਕਹਿੰਦੇ ਐਕਸੀਡੈਂਟ ਹੁੰਦੇ, ਕਿਉਂ? ਜਦੋਂ ਗਊਆਂ ਨੂੰ ਗਊਚਰਾਨ ਭੂਮੀ ਚੋਂ ਕੱਢ ਕੇ ਉੱਥੇ ਕਬਜ਼ਾ ਕਰ ਲਓਗੇ 250 ਏਕੜ ਦੇ ਉੱਤੇ ਜਿਹੜੀ ਦਿੱਤੀ ਹੋਈ ਹੈ ਜ਼ਮੀਨ, ਤੇ ਗਊਆਂ ਫਿਰਨਗੀਆਂ ਹੀ ਨਾ। ਫਿਰ ਕਰੋ ਬਰਾਮਦ। ਮੈਂ ਕਹਿੰਦਾ 5% ਬਰਾਮਦ ਕਰ ਲਓ, ਤੁਹਾਡੇ ਕੋਲ 3 ਲੱਖ ਕਰੋੜ ਰੁਪਈਆ ਕਰਜ਼ਾ ਉਤਰ ਜੂਗਾ, ਨਾਲੇ 2 ਸਾਲ ਦਾ ਅਗਲਾ ਉਹਨਾਂ ਦਾ ਬਜਟ ਹੋਊਗਾ। ਜਵਾਬ ਨਹੀਂ ਆਇਆ, ਕਹਿੰਦੇ ਦੱਬਾਂਗੇ। ਇਹੀ ਜਵਾਬ ਹੈ ਨਾ। ਫਿਰ ਉਸ ਤੋਂ ਬਾਅਦ ਮੈਂ 2 ਸਾਲ ਪ੍ਰੋਐਕਟਿਵ ਸੀ ਮਿੱਤਰਾ। 1 ਘੰਟੇ 'ਚ ਮੈਂ ਕੋਠੀ ਖਾਲੀ ਕੀਤੀ। ਕੌਣ ਸੀ ਇੰਸਪੀਰੇਸ਼ਨ?
ਗਿਆਨੀ ਕਿਰਪਾਲ ਸਿੰਘ। ਇਹਨਾਂ ਨੇ ਤਾਂ ਪਵਿੱਤਰ ਜਮਾਤ ਜਦਾਦ ਬਣਾ ਲਈ, ਸਮਝਿਆ ਨਹੀਂ? ਉਹ ਵੀ ਉਦਾਹਰਣ ਸੀ। ਕੋਈ ਪਾਰਟੀਆਂ ਨਹੀਂ ਹੁੰਦੀਆਂ, ਪਾਰਟੀਆਂ ਚਲਾਉਣ ਵਾਲੇ ਹੁੰਦੇ ਆ ਮਿੱਤਰਾ। ਇਹ ਪਹਿਲੇ ਦਿਨ ਕਹਿੰਦਾ ਸੋਚਣਾ ਹੁੰਦਾ ਬੰਦਾ। ਉਹਦੀ ਕਹਾਣੀ ਸੁਣਦਾ ਸੀ ਮੈਂ। ਇੱਕ ਜਰਨਲਿਸਟ ਹੈ ਮੇਰਾ ਦੋਸਤ ਦਵਿੰਦਰਪਾਲ, ਉਹ ਕਹਿੰਦਾ ਯਾਰ ਇਹ ਕੋਠੀ ਗਿਆਨੀ ਕਿਰਪਾਲ ਸਿੰਘ ਕੋਲ ਸੀ। ਮੈਂ ਕਿਹਾ ਯਾਰ ਅੱਛਾ। ਕਹਿੰਦਾ ਉਹਨੂੰ ਕਿਹਾ ਸੀਗਾ ਵੀ ਆ ਸਰਕਾਰ ਤੁਹਾਡੀ ਖਤਮ ਹੋ ਗਈ। ਕਹਿੰਦਾ ਉਹ ਦੋ ਪੋਟਲੀ ਜੀ ਸੀ, ਉਹਨੇ ਪੋਟਲੀ ਐਂ ਬੰਨੀ, ਐਂ ਮੋਢੇ ਤੇ ਪਾਈ। ਕਹਿੰਦਾ ਯਾਰ ਅਸੀਂ ਤਾਂ ਚੱਲੇ ਹਾਂ। ਅਤੇ ਮੈਨੂੰ ਇਹ ਸੀ ਕਿ ਭਾਈ ਇਹੋ ਜਿਹੇ ਲੋਕ ਵੀ ਹੈਗੇ ਆ, ਇਹ ਇੰਸਪੀਰੇਸ਼ਨ ਚਾਹੀਦੀ ਹੈ। ਗੁਰੂ ਸਾਹਿਬ ਦੀ ਇੰਸਪੀਰੇਸ਼ਨ ਕੀ ਹੈ? ਸਿਆਸਤ 'ਚ ਨਜ਼ਰ ਨਹੀਂ ਆਉਂਦੀ। ਮੈਂ ਕਿਹਾ ਜੇ ਨਜ਼ਰ ਨਹੀਂ ਦੱਬੀ ਜਾਂਦੀ ਹੈ, ਵੇਖ ਆਉਂਦੀ ਨਹੀਂ ਨਜ਼ਰ, ਖੜਾਂਗੇ। ਨਹੀਂ ਹੁਣ ਕਰੋਗੇ ਕੀ ਤੁਸੀਂ? ਮੈਂ ਕਿਹਾ ਮੈਂ ਕਰਨਾ। ਡਿਪਟੀ ਸੀਐਮ ਤੁਸੀਂ ਨਹੀਂ ਇੱਕ ਮਿੰਟ ਗੱਲ ਠਹਿਰ। ਉਹ ਯਾਰ ਤੂੰ ਮੇਰੀ ਇੱਕ ਗੱਲ ਨੂੰ ਸੁਣ। ਇਹਦਾ ਪ੍ਰਿੰਸੀਪਲ ਰਹਿ ਚੁੱਕਿਆ, ਕੀ ਬਣਨਾ ਕੀ ਨਹੀਂ ਮੈਂ ਤੈਨੂੰ ਕੀ ਕਿਹਾ, ਮੈਂ ਦੱਸਦਾ ਤੈਨੂੰ। ਜੋ ਫਾਰਮੂਲੇ ਦੇ ਰਹੀ ਹੈ, ਠਹਿਰ ਨਾ ਯਾਰ। ਮੈਂ ਕਿਹਾ ਯਾਰ ਤੂੰ ਮੇਰੀ ਠਹਿਰ ਨਾ ਯਾਰ, ਠਹਿਰ ਨਾ। ਕੋਈ ਕਿਹਾ ਉਹਨਾਂ ਨੇ? ਮੈਂ ਕੀ ਕਹਿਣਾ? ਤੂੰ ਏਜੰਡਾ ਪੂਰਾ ਕਰ। ਮੈਂ ਕਹਿੰਦਾ ਮੈਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਪ੍ਰਧਾਨ ਬਣਾ ਦੀ, ਮੈਂ ਜੈ ਜੈਕਾਰ ਕਰੂ। ਕਰ ਲੈ, ਚੱਲ ਲਾ ਐਕਸਾਈਜ਼ ਕਰ ਬੰਦ, ਬਾਦਲਾਂ ਦੀਆਂ ਬੱਸਾਂ ਜਿਹੜੀਆਂ ਬਗੈਰ ਪਰਮਿਟ ਦੀਆਂ ਚੱਲਦੀਆਂ ਨੇ, ਕਰਨਾ। और नवजोत सिंह सिद्धू ने कैप्टन पर भी हमला बोला है। उन्होंने क्या कहा है, आइए सुनिए। ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਤੁਸੀਂ 75-25 ਦਾ ਜ਼ਿਕਰ ਕੀਤਾ, ਉਹਨਾਂ ਦਾ ਰਿਪਲਾਈ ਆਇਆ, ਕਹਿੰਦੇ ਕਿ ਪਟਿਆਲੇ ਆ ਕੇ ਬਹਿ ਗਏ ਨੇ, ਪਟਿਆਲੇ ਚੋਣ ਲੜਨਾ। ਇੰਨਾ ਡਰ ਲੱਗਦਾ ਹੈ, ਇੰਨਾ ਡਰ ਲੱਗਦਾ ਹੈ ਵੀ ਪਟਿਆਲੇ ਆ ਕੇ ਤੈਨੂੰ ਇੰਨਾ ਡਰ ਲੱਗਦਾ ਹੈ ਵੀ ਇੱਕ ਬੰਦਾ ਬਿਮਾਰੀ ਤੋਂ ਰਿਕਵਰ ਕਰਨ ਆਪਣੇ ਪਿਓ ਦੇ ਘਰ ਆਇਆ 15 ਸਾਲ ਬਾਅਦ, 6 ਇਲੈਕਸ਼ਨ ਜਿੱਤ ਕੇ, ਤੇ ਫਿਕਰ ਪੈ ਗਿਆ। ਜ਼ਿਕਰ ਉਸਕਾ ਹੋਤਾ ਹੈ ਛੋਟੇ ਜਿਸਕਾ ਫਿਕਰ ਹੋਤਾ ਹੈ। ਇੰਨੀ ਇਨਸਿਕਿਉਰ ਪ੍ਰੂਫ ਦੇਣ ਦੀ ਲੋੜ ਹੈ। ਸੂਰਜ ਪ੍ਰੂਫ ਦਿੰਦਾ ਹੈ ਵੀ ਉਹਦੇ 'ਚ ਪ੍ਰਕਾਸ਼ ਹੈ। ਮੇਰੇ ਵਚਨਾਂ ਦੇ ਉੱਤੇ ਭਰੋਸਾ ਨਹੀਂ ਲੋਕਾਂ ਨੂੰ, ਤੈਨੂੰ ਦੱਸਣਾ ਪਊ। ਠਹਿਰ। ਕਿਉਂ ਛੱਡੀ ਆਈਐਨਬੀ ਮਿਨਿਸਟਰੀ, ਕਿਉਂ ਛੱਡੀ ਐਮਪੀਗਿਰੀ? ਤੇ ਜੇਤਲੀ ਸਾਹਿਬ ਨੂੰ ਇਹ ਲੈ ਕੇ ਆਇਆ ਸੀ, ਕੀ ਹਾਲ ਹੋਇਆ? 3 ਮੰਤਰੀ ਇਲੈਕਸ਼ਨ ਲੜੇ, ਨਵਜੋਤ ਸਿੱਧੂ 3 ਵਾਰ ਐਮਪੀ ਬਣਿਆ, 15% ਵੋਟ ਘਟੀ। ਕਿਹਦੀ ਘਟੀ? ਪਹਿਲੀ ਵਾਰ ਇਲੈਕਸ਼ਨ ਲੜਾਇਆ 21 ਸੀਟਾਂ, ਦੂਜੀ ਵਾਰ ਆਈਆਂ ਕਿੰਨੀਆਂ 16। ਐਤਕੀ ਕਿੰਨੀਆਂ ਨੇ? ਮਿੱਤਰ ਪਿਆਰੇ, ਲੋਕ ਫੈਸਲਾ ਕਰਦੇ ਆ। 3 ਇਲੈਕਸ਼ਨ ਉਦੋਂ ਜਿੱਤੇ ਤੇ 3 ਮੰਤਰੀ ਠੁਕੇ, 2 ਵਾਰ ਪੁਰੀ ਸਾਹਿਬ ਤੇ 1 ਵਾਰ ਜੇਤਲੀ ਦਾ ਫਾਈਨਾਂਸ ਮਿਨਿਸਟਰ। ਕਿਉਂ ਠੋਕਤਾ ਹੈ? ਇਹ ਜਵਾਬ ਲੋਕ ਦਿੰਦੇ ਆ, ਲੋਕ ਦੇਣਗੇ। ਆਵਾਜ਼ੇ ਖਲਕ ਨਗਾੜਾ ਹੈ ਖੁਦਾ। ਲੋਕਾਂ ਦੀ ਆਵਾਜ਼ 'ਚ ਪਰਮਾਤਮਾ ਦੀ ਆਵਾਜ਼ ਹੈ। ਔਰ ਛੋਟੇ ਭਾਈ ਪੁਰਾਣੇ ਸ਼ਾਸਤਰਾਰਥ ਕਹਿੰਦੇ ਆ, ਕੁਲੀਨ ਤੰਤਰ 'ਚ ਰਾਣੀ ਦੇ ਪੇਟ 'ਚੋਂ ਰਾਜਾ ਪੈਦਾ ਹੁੰਦਾ ਸੀ। ਟੇਢਾ ਹੋਵੇ, ਮੇਢਾ ਹੋਵੇ, ਧ੍ਰਿਤਰਾਸ਼ਟਰ ਹੋਵੇ, ਅੰਨਾ ਹੋਵੇ, ਉਹ ਰਾਜਾ। ਫਿਰ ਆਇਆ ਰਾਜਤੰਤਰ, ਘੋੜਾ ਦਰਾਉਂਦੇ, ਅਸ਼ਵਮੇਧ ਯੱਗ ਕਰਦੇ, ਦਗੜ ਸੈਨਾ ਦੌੜਦੀ, ਜਿਹਦੀ ਲਾਠੀ ਉਸੇ ਦੀ ਭੈਂਸ, ਜਿਹਦੇ ਡੌਲੇ ਫੜਕਦੇ ਉਹੀ ਰਾਜਾ। ਇਹ ਲੋਕਤੰਤਰ ਹੈ। ਮਤਪੇਟੀ ਦੇ ਗਰਭ 'ਚੋਂ ਪੈਦਾ ਹੁੰਦਾ ਰਾਜਾ। ਲੋਕ ਬਣਾਉਂਦੇ ਆ ਰਾਜਾ, ਲੋਕ ਬਣਾਉਂਦੇ ਆ ਰੰਕ। ਰਾਜੇ ਰਾਣੇ ਤਾਂ ਸਰਦਾਰ ਪਟੇਲ ਨੇ ਕੱਦ ਦੇ ਮਿਟੇ ਸੀ। ਨਾਲੇ ਤੁਸੀਂ ਕਹਿੰਦੇ ਦੋ ਪਰਿਵਾਰ ਜਿਹੜੇ ਉਹੀ ਕਬਜ਼ਾ ਕਰ ਲਏ। ਮੈਂ ਕਿਹਾ ਇਹ ਕਬਜ਼ਾ ਕਿਉਂ, ਇਹ ਕਿਸ ਤਰ੍ਹਾਂ ਹੋਏ? ਜ਼ਮਾਨਤ ਜ਼ਬਤ ਜਦੋਂ ਹੋਈ ਸੀ, ਜਦੋਂ ਉੱਥੇ ਗਏ ਸੀ, ਰਾਜਾ ਕਿਹਨੇ ਬਣਾਇਆ ਸੀ? ਹਾਈ ਕਮਾਂਡ ਨੇ ਬਣਾਇਆ ਸੀ। ਵਾਹ, ਤੇਰੇ ਲੋਕਾਂ ਨੇ ਬਣਾਇਆ ਸੀ। ਇਸ ਕਰਕੇ ਇਹ ਗੱਲਾਂ 'ਚ ਨਾ ਪਈਏ ਆਪਾਂ। और सिद्धू के इस विस्फोटक इंटरव्यू पर कांग्रेस के नेता प्रणव झा ने क्या कहा है, आइए सुनिए। पंजाब में जो घमासान मचा है, सिद्धू ने इतने सारे इंटरव्यू दिए हैं, कैप्टन को नेता मानने को तैयार ही नहीं है। वो कह रहे हैं कि कैप्टन झूठ बोलते हैं। देखिए, इस मामले का जो मूल है वो ये है कि दोनों जो इस मामले में जहां आप जिनकी तरफ आप प्रश्न उठा रहे हैं, दोनों कांग्रेस नेतृत्व को नेता मानते हैं और दोनों की आस्था कांग्रेस के विचारधारा में है। तो एक 3 सदस्यीय कमेटी बनी है, लोगों से मिले हैं, रायशुमारी हुई है और एक प्रक्रिया है और जिसका जो है समाधान बहुत जल्द आपके सामने होगा। और इतना ही नहीं, नवजोत सिंह सिद्धू ने अपने इंटरव्यू में अरविंद केजरीवाल, दिल्ली के चीफ मिनिस्टर, पर भी निशाना साधा। उन्होंने उनकी बात पर क्या कहा, आइए सुनिए। सिद्धू साहब तो कांग्रेस के नेता हैं। मेरे ख्याल से देखिए, मैं सिद्धू साहब का बड़ा सम्मान करता हूं। सिद्धू साहब कांग्रेस के नेता हैं, सीनियर नेता हैं, तो इस तरह की ऐसे लूज टॉक नहीं करनी चाहिए किसी भी नेता के बारे में। और कांग्रेस के नवतेज चीमा ने क्या कहा है, वो भी आपको सुनवा देते हैं। मैं ना अभी गाड़ी में थोड़ा सा सुन रहा था,
जब तक हाईकमांड कोई फैसला नहीं ले लेती तब तक कोई बात करनी वाजिब नहीं मैं समझता। सिद्धू साहब को भी वेट करनी चाहिए भी, अभी सारा मसला जो है हमारी हाईकमांड के पास है। लुधियाना के कांग्रेस नेता सांसद साथ ही रवनीत सिंह सिद्धू ने भी इस पर रिएक्शन दिया है। आइए सुनवाते हैं आपको उन्होंने क्या कहा है। फिर आम आदमी कौन सुनेगा? अगर एक कैबिनेट मंत्री कहे मेरी सिस्टम के अंदर कोई बात नहीं है, और वो भी नवजोत सिद्धू जैसे आदमी की, तो कैबिनेट में बैठ के आदमी ये कहे, मेरे ख्याल से ये समझ से परे है बात। और सिस्टम चेंज करने के लिए क्या चाहिए आपको? अगर आप कैबिनेट मंत्री एक पंजाब के, और वो भी एक नंबर के मंत्री चीफ मिनिस्टर के बाद, अगर आप भी ये कहेंगे तो आम आदमी क्या कहेगा? नवजोत सिंह सिद्धू जो कुछ कह रहे हैं इसके असल मायने क्या है, समझने के लिए हमारे साथ हमारे सहयोगी अरुण जुड़ रहे हैं। अरुण, खेमे बटे हुए हैं, लेकिन सच क्या है? अब आने वाले दिनों में पंजाब की तस्वीर क्या होगी? नवजोत सिंह सिद्धू होंगे चेहरा या फिर कैप्टन अमरिंदर सिंह? देखिए, नवजोत सिंह सिद्धू जो सवाल उठा रहे हैं, पार्टी में बहुत ऐसे लोग हैं जिनसे सहानुभूति है, उन सवालों को जायज मानते हैं। कमेटी के भी एक सदस्य कहते हैं कि सवाल वो सही उठा रहे हैं, लेकिन तरीका उनका गलत है। तरीका इसलिए गलत है क्योंकि खुलेआम अगर किसी मुख्यमंत्री के खिलाफ हम मोर्चा खोल देंगे तो आखिर वो पार्टी का ही चेहरा है, मुख्यमंत्री वो कांग्रेस का ही है, उसी के चेहरे पर या उसी की सरकार के काम पर हमको आगे चुनाव में जाना है। अगर वही डिस्क्रेडिट हो जाएगा तो आपके भरोसे हम चुनाव नहीं जीत सकते। सिद्धू के ऊपर दांव लगाना इसलिए भी पार्टी को मुनासिब नहीं लग रहा है क्योंकि सिद्धू क्राउड पुलर तो हैं, लेकिन कोई ऐसा वोट बैंक नहीं जो सिद्धू से प्रभावित होकर एक मुस्त पार्टी की तरफ जाए। कैप्टन अमरिंदर सिंह पार्टी के सबसे वरिष्ठ नेताओं में से एक हैं, उनका रसूख है वहां पर, उनका एक उनके परिवार का एक औरा है वहां पर, एक वोट बैंक उनके साथ चलता है, एक सिस्टम उनके साथ, जिस सिस्टम की बात नवजोत सिंह सिद्धू कर रहे हैं। इसलिए सिद्धू को खुश करने के लिए, कैप्टन को नाराज करने की रणनीति पर काम कांग्रेस का नेतृत्व नहीं कर रहा है। उसको पता है कि अशोक गहलोत हो चाहे कैप्टन अमरिंदर सिंह हो, उनको नाराज करके पार्टी चुनाव नहीं जीत सकती है या उनको दरकिनार करके पार्टी सफल नहीं हो सकती है, और इसीलिए दोनों के बीच संतुलन बनाने की कोशिश हो रही है जो अभी तक कामयाब नहीं हुई है। कमेटी का न तो फोन उठा रहे हैं सिद्धू, न तो कमेटी के सदस्यों से एक बार बात करने के बाद गए, उसके बाद दोबारा संपर्क में आए। आज उन्होंने मोर्चा खोल दिया। इस बीच कांग्रेस नेतृत्व पशोपेश में है और कोई फैसला फिलहाल नहीं हुआ है। फिलहाल मैं राहुल गांधी के घर के बाहर हूं और राहुल गांधी, दो नेता जो वहां के, एक गुरजीत औजला जो सांसद हैं और दूसरे राजकुमार वेरका जो मंत्री हैं, सरकार में दर्जा प्राप्त मंत्री हैं, उन दोनों से मुलाकात राहुल गांधी कर रहे हैं और कल भी ये सिलसिला चलने वाला कुछ मंत्रियों से। चलिए, इस सिलसिले पर निगाह रहेगी अरुण, और क्या होता है पंजाब की सियासत पर, आला कमान का फैसला, उस पर निगाहें रहेंगी। इधर बीजेपी सांसद मनोज तिवारी ने नवजोत सिंह सिद्धू पर क्या कहा है वो सुन लीजिए। सिद्धू अपनी ही पंजाब सरकार पर आरोप लगा रहे हैं कि वैक्सीन फायदे के लिए बेची गई। देखिए, मुझे लगता है सिद्धू जी को बहुत देर हो गया ये समझने में कि कांग्रेस बहुत सारी चीज़ें बेचा करती है। अभी तो ये सरेआम सबको पता चल गया कि कांग्रेस ने वैक्सीन बेचा भी है, बेच भी रही है, नष्ट भी करने की कोशिश की, कूड़े में भी डालने की कोशिश की। मतलब कांग्रेस की हर कोशिश रही कि नरेंद्र मोदी इतना जल्दी वैक्सीन बना करके देश के सामने ला दिए, ये कैसे हो गया, इसको फेल करो। तो अब वो वैक्सीन बेचने में भी लगी है, लेकिन सिद्धू जी को ये समय लग गया। वैसे तो देखें तो सिद्धू जी को भी कांग्रेस बेच ही रही है।